ज्ञान है श्री गुरु ग्रंथ साहिब सच होए विघ्न विनाशम वाहिगुरु जी की फतेह है। वाहिगुरु जी की सतनाम वाहिगुरु साहिब जी। ज्यों मन आए करो त्यों करा, बहुतो नेत्रावर अनुसारा। खेलत जपै बालक न माही, तब ही संग तज्यो मैं नाही। वाहिगुरु जी का खालसा, वाहिगुरु जी की फतेह। जुगो जुग अटल चवर छत्र तख्त ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਦੀਵਾਨ ਆਰੰਭ ਹੋ ਗਏ ਹਨ। ਜਿਨ੍ਹਾਂ ਰੂਹਾਂ ਨੂੰ ਗੁਰੂ ਨਾਨਕ ਦੇ ਗੁਰ ਇਤਿਹਾਸ ਨਾਲ ਪਿਆਰ ਹੈ, ਮੁਹੱਬਤ ਹੈ, ਉਹਨਾਂ ਨੇ ਦੇਵਤਿਆਂ ਦੀ ਤਰ੍ਹਾਂ ਸਮਾਧੀਆਂ ਲਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਨ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਮਿਹਰ ਕਰਨ। ਜਗ ਮਹਿ ਉੱਤਮ ਕਾਢੀਐ ਬਿਰਲੇ ਕਈ ਕੇ। ਹਜ਼ੂਰ ਪਾਤਸ਼ਾਹ ਮਹਾਰਾਜ ਦੇ ਕਿਤਨੇ ਸੁੰਦਰ ਫਰਮਾਨ ਹਨ। ਰੱਖੇ ਰੱਖਣਹਾਰ ਆਪ ਕਹਿੰਦੇ ਮਹਾਰਾਜ ਤੁਸੀਂ ਮੈਨੂੰ ਆਪ ਹੀ ਇਸ ਜੰਜਾਲ ਦੇ ਵਿੱਚੋਂ ਕੱਢਿਆ ਹੈ, ਸੋਝੀ ਦਿੱਤੀ ਹੈ ਕਿ ਮਨਾ ਚੱਲ ਸੰਗਤ ਵਿੱਚ ਚੱਲ, ਗੁਰੂ ਸਾਹਿਬ ਦੇ ਘਰ ਦੀ ਸੇਵਾ ਕਰ ਲੈ, ਜਿਹੜੀ ਤੇਰੀ ਦਰਗਾਹ ਵਿੱਚ ਕੰਮ ਆਵੇ। ਗੁਰ ਕੀ ਪੈਰੀ ਪਾਏ ਫਿਰ ਕਹਿੰਦੇ ਜਦੋਂ ਦੇ ਗੁਰੂ ਸਾਹਿਬ ਤੁਹਾਡੇ ਚਰਨਾਂ ਵਿੱਚ ਆਏ ਆ, ਉਦੋਂ ਦੀ ਆਸ ਵੱਜ ਗਈ ਕਿ ਮੇਰੇ ਸਾਰੇ ਕਾਜ ਤੂੰ ਹੀ ਸਵਾਰਨੇ ਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਗ ਵਸ ਹੈ ਕਾਮ ਦੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਸਰਬ ਸੁਖ ਪਾਵੈ ਮੇਰੇ ਮਨਾ। ਸੱਚੇ ਪਾਤਸ਼ਾਹ ਮਹਾਰਾਜ ਸਾਰੀਆਂ ਇੱਛਾ ਤੇ ਸੁੱਖ ਮੇਰੇ ਤੁਸੀਂ ਪੂਰੇ ਕਰਨੇ। ਇਸ ਕਰਕੇ ਮਹਾਰਾਜ ਗੁਰ ਕੀ ਪੈਰੀ ਕਦੇ ਮਹਿਸੂਸ ਕਰਿਓ ਅੱਖਾਂ ਬੰਦ ਕਰਕੇ ਆਪਾਂ ਨੂੰ ਰੋਜ਼ ਗੁਰੂ ਅਰਜਨ ਸਾਹਿਬ ਦੇ ਚਰਨ ਮਿਲਦੇ ਆ। ਜਦੋਂ ਮਹਾਰਾਜ ਦੇ ਗੇਟ ਤੋਂ ਅੰਦਰ ਆਉਣੇ ਨਾ ਤੇ ਕਈ ਭਾਵਨਾ ਵਾਲੇ ਡਿਉੜੀ 'ਚ ਇੱਦਾਂ ਹੱਥ ਥੱਲੇ ਲਾ ਕੇ ਮੱਥੇ ਨੂੰ ਲਾਉਂਦੇ, ਉੱਥੇ ਮਹਿਸੂਸ ਕਰੋ ਗੁਰੂ ਸਾਹਿਬ ਦੇ ਚਰਨ ਹੈ। ਤੇ ਚਰਨਾਂ ਤੋਂ ਸ਼ੁਰੂ ਹੁੰਦਾ ਹੈ ਪਿਆਰ, ਕਿਉਂਕਿ ਜਿਹਨੂੰ ਚਰਨ ਫੜਨੇ ਆ ਜਾਣ ਉਹ ਤਾਂ ਸਾਰਾ ਕੁਝ ਹੀ ਲੁੱਟ ਕੇ ਲੈ ਜਾਂਦਾ। ਸੋ ਇਸ ਕਰਕੇ ਚਰਨਾਂ ਤੋਂ ਸ਼ੁਰੂਆਤ ਹੁੰਦੀ ਤੇ ਗੋਦੀ ਦਾ ਸਫ਼ਰ ਤੈਅ ਹੁੰਦਾ ਹੈ।
ਧੰਨ ਮੇਰੇ ਪਾਤਸ਼ਾਹ ਕਹਿੰਦੇ ਗੁਰ ਕੀ ਪੈਰੀ, ਗੁਰੂ ਦੇ ਪੈਰਾਂ ਦੇ ਵਿੱਚ ਪੈ ਜਾ। ਕਿਤੇ ਤੇ ਵੇਖੂਗਾ ਹੀ ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ। ਕਹਿੰਦੇ ਮਹਾਰਾਜ ਤੇਰੇ ਬੂਹੇ ਤੇ ਪਿਆ ਹੋਵਾਂਗਾ। ਕਿਸੇ ਨੇ ਆਖਿਆ ਉਹ ਇੰਨਾ ਵੱਡਾ ਏ, ਇੰਨਾ ਬੇਅੰਤ ਹੈ, ਇੰਨੀ ਦੁਨੀਆ ਉਹਨੇ ਸਾਜੀ ਹੈ ਤੇ ਤੂੰ ਤੇ ਥੱਲੇ ਦਿਸਣਾ ਹੀ ਨਹੀਂ। ਕਬੀਰ ਸਾਹਿਬ ਕਹਿੰਦੇ ਨਹੀਂ, ਕਈ ਵਾਰੀ ਬੰਦਾ ਤੁਰਿਆ ਜਾਵੇ, ਭਾਵੇਂ ਥੱਲੇ ਸੋਨਾ ਚਾਂਦੀ ਮਿੱਧ ਜੇ, ਕਈ ਵਾਰੀ ਇੱਕ ਕੀੜੀ ਤੇ ਵੀ ਨਿਗਾਹ ਪੈ ਜੇ ਤੇ ਦੁੱਖ ਹੁੰਦਾ, ਕੀੜੀ ਮਰ ਗਈ। ਆਪਣੇ ਆਪ ਨੂੰ ਛੋਟੇ ਸਮਝ ਕੇ ਕਿਤੇ ਬੰਦਾ ਵੇਖੇ ਤੇ ਬੰਦਾ ਮਾਰ ਲੱਗਾ ਨਾ ਸੋਚੂ, ਪਰ ਕਈ ਵਾਰ ਪੈਰ ਥੱਲੇ ਕੀੜੀ ਆ ਜੇ ਤੇ ਤੜਫਦੀ ਵੇਖ ਕੇ ਬੰਦਾ ਕਹਿੰਦਾ ਪਾਪ ਹੋ ਗਿਆ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਕੀੜੀ ਵਰਗਾ ਏ, ਤੇਰੀ ਇੰਨੀ ਦੁਨੀਆ 'ਚ ਕੀੜੀ ਤੋਂ ਵੀ ਛੋਟਾ ਏ, ਪਰ ਮੈਂ ਤੇਰੇ ਬੂਹੇ ਤੇ ਤਾਂ ਪੈਣਾ ਚਾਹੁੰਦਾ ਏ ਕਿ ਜਦੋਂ ਤੂੰ ਆਪਣੇ ਆਸਣ ਤੋਂ ਉੱਠੇਗਾ ਨਾ ਤੇ ਤੇਰੀ ਨਜ਼ਰ ਕਿਤੇ ਮੇਰੇ ਪਏ ਤੇ ਪੈ ਗਈ ਤੇ ਮੇਰਾ ਜੀਵਨ ਸਫਲ ਹੋ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਗੁਰ ਕੀ ਪੈਰੀ ਪਾਏ, ਕਿਤੇ ਉਹਦੇ ਪੈਰਾਂ ਦੇ ਵਿੱਚ ਪੈਣਾ ਸਿੱਖ ਲਾ ਸਿੱਖਾ, ਕਾਰਜ ਤੇਰੇ ਆਪ ਕਰੂਗਾ, ਆਪ ਸਫਲ ਕਰਨਗੇ। ਫਿਰ ਮਹਾਰਾਜ ਕਹਿੰਦੇ ਸਾਖਤ ਨਿੰਦਕ ਦੁਸ਼ਟ, ਜਿਹੜੇ ਸਾਖਤ ਬਿਰਤੀ ਦੇ ਲੋਕ ਨੇ, ਨਿੰਦਿਆ ਕਰਨ ਵਾਲੇ ਨੇ, ਤੈਨੂੰ ਵੇਖ ਕੇ ਨਹੀਂ ਜਰਦੇ, ਤੇਰੇ ਤੋਂ ਜੈਲਸ ਕਰਦੇ ਨੇ। ਮਹਾਰਾਜ ਕਹਿੰਦੇ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਤੂੰ ਨਾ ਫਿਕਰ ਕਰੀ। ਜਦੋਂ ਤੂੰ ਉਹਨਾਂ ਦੇ ਬਾਰੇ ਸੋਚੇਂਗਾ ਫਿਰ ਦੁਖੀ ਹੋਵੇਂਗਾ। ਤੂੰ ਉਹਨਾਂ ਦੇ ਬਾਰੇ ਨਹੀਂ ਸੋਚਣਾ, ਤੂੰ ਡਿਊਟੀ ਮਹਾਰਾਜ ਦੀ ਲਾ ਦੇ। ਤੋ ਮਹਾਰਾਜ ਕਹਿੰਦੇ ਫਿਰ ਇੱਕ ਖਿਣ ਕਿੰਨੀ ਕੁ ਹੁੰਦੀ ਹੈ, ਅੱਖ ਮੀਟਣ ਤੇ ਖੋਲਣ ਜਿੰਨਾ ਸਮਾਂ, ਜਿੱਦਾਂ ਆਪਾਂ ਅੱਖ ਝਬਕਦੇ ਨਾ, ਇੰਨੇ ਸਮੇਂ 'ਚ ਮਹਾਰਾਜ ਕਹਿੰਦੇ ਸਾਖਤ ਨਿੰਦਕ ਦੁਸ਼ਟ ਖਿਨ ਮਾਏ ਬਿਦਾਰੇ ਨਾ, ਤੇਰੇ ਰਸਤੇ 'ਚੋਂ ਪਾਸੇ ਕਰਕੇ ਰੱਖ ਦੇਗਾ। ਯਾਦ ਰੱਖਿਓ ਗੁਰੂ ਅਰਜਨ ਸਾਹਿਬ ਮਹਾਰਾਜ ਸਮਾਧੀ ਲਾ ਕੇ ਬੈਠੇ ਐ, ਸੁਲਹੀ ਖਾਨ ਚੜ੍ਹ ਕੇ ਆ ਰਿਹਾ ਤੇ ਮਹਾਰਾਜ ਬਾਣੀ ਪੈ ਪੜ੍ਹਦੇ ਐ। ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰੂ ਤੁਹਾਨੂੰ ਮਾਰਨ ਵਾਸਤੇ ਆ ਰਿਹਾ ਕੋਈ, ਤੇ ਤੁਸੀਂ ਪੋਥੀ ਪੜ੍ਹੀ ਜਾਂਦੇ ਹੋ। ਮਹਾਰਾਜ ਕਹਿੰਦੇ ਤੈਨੂੰ ਪਤਾ ਬਾਬਾ ਬੁੱਢਿਆ, ਇਸ ਪੋਥੀ ਦੇ ਵਿੱਚ ਜਿਹੜਾ ਰਹਿੰਦਾ ਏ ਉਹਦੇ ਹੱਥ 'ਚ ਮਾਰਨ ਤੇ ਜੰਮਣ ਦੀ ਤਾਕਤ ਹੈ। ਇਹ ਪੋਥੀ ਐਵੇਂ ਨਹੀਂ ਪ੍ਰਕਾਸ਼ ਹੋਈ, ਪੋਥੀ ਪਰਮੇਸ਼ਰ ਕਾ। ਗੁਰੂ ਅਰਜਨ ਸਾਹਿਬ ਕਹਿੰਦੇ ਬਹਿ ਜਾ ਬਾਬਾ ਬੁੱਢਿਆ, ਇਹ ਪੋਥੀ ਦੇ ਵਿੱਚ ਬੜੀਆਂ ਅਜ਼ਮਤਾਂ ਏ, ਬੜੀਆਂ ਰਹਿਮਤਾਂ ਏ। ਜਿਹੜੇ ਸਿੱਖ ਪੋਥੀ ਨੂੰ ਪਛਾਣ ਲੈਣਗੇ ਉਹਨਾਂ ਨੂੰ ਪਤਾ ਲੱਗੂ ਇਹਦੀਆਂ ਅਜ਼ਮਤਾਂ ਦਾ। ਇਸ ਕਰਕੇ ਸਾਧ ਸੰਗਤ ਜੀ ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ, ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ ਬੈਠੋ, ਤੁਸੀਂ ਵੀ ਪੋਥੀ ਪੜ੍ਹੋ। ਕਹਿੰਦੇ ਮਹਾਰਾਜ ਦੁਸ਼ਮਣ ਚੜ ਕੇ ਆ ਰਿਹਾ, ਆਪਾਂ ਕੋਈ ਸ਼ਸਤਰ ਚੁੱਕੀਏ ਸੋਟਾ, ਕੋਈ ਸੰਗਤ ਨੂੰ ਨਾਰ ਲਾਓ, ਉਹਦਾ ਮੁਕਾਬਲਾ ਕਰਨਾ ਏ। ਮਹਾਰਾਜ ਨੇ ਸ਼ਬਦ ਉਚਾਰਿਆ। ਮਹਾਰਾਜ ਕਹਿੰਦੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਇਹ ਬਚਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਮਹਾਰਾਜ ਕਹਿੰਦੇ ਬਹਿ ਜਾ ਬਾਬਾ, ਆਪਾਂ ਵਿਰੋਧ ਨਹੀਂ ਕਰਨਾ। ਸੰਤ ਕਾ ਦੋਖੀ ਮਹਾ ਹਥਿਆਰਾ, ਸੰਤ ਕਾ ਦੋਖੀ ਪਰਮੇਸ਼ਰ ਵਾਰਾ। ਜਿਹੜਾ ਸੱਚੇ ਬੰਦੇ ਨੂੰ, ਭਾਵਨਾ ਵਾਲੇ ਨੂੰ ਤੰਗ ਕਰਦਾ, ਉਹਨੂੰ ਰੱਬ ਆਪੇ ਸਾਂਭ ਲੇ। ਤੂੰ ਨਹੀਂ ਗਰਮ ਹੋਣਾ ਬਾਬਾ, ਬਹਿ ਜਾ ਇੱਥੇ। ਕਹਿੰਦੇ ਬਾਬਾ ਡਰ ਪਿਆ ਲੱਗਦਾ, ਉਹਦੀ ਫੌਜ ਬੜੀ ਹੈ। ਮਹਾਰਾਜ ਕਹਿੰਦੇ ਪੋਥੀ ਦੇ ਵਿੱਚ ਵੀ ਬੜੀਆਂ ਫੌਜਾਂ, ਇਹਨਾਂ ਫੌਜਾਂ ਦੇ ਅੱਗੇ ਉਹਦੀਆਂ ਫੌਜਾਂ ਹਾਰ ਜਾਣੀਆਂ ਏ। ਉਹੀ ਗੱਲ ਹੋਈ, ਸਤਿਗੁਰੂ ਨੇ ਸ਼ਬਦ ਪਿਆ ਗਾਇਆ। ਉਹ ਤੁਰਿਆ ਆਉਂਦਾ ਤੇ ਰਸਤੇ ਦੇ ਵਿੱਚ ਉਹਦਾ ਘੋੜਾ ਤਰਵਕਿਆ, ਡੰਡੀ ਤੇ ਜਾਂਦਾ ਜਾਂਦਾ ਤਰਵਕ ਕੇ ਇੰਨਾ ਕੁ ਡਰ ਗਿਆ, ਸਾਹਮਣੇ ਭੱਠੇ ਦਾ ਜਿਹੜਾ ਗਰਮ ਆਵਾ ਹੁੰਦਾ ਉਹਦੇ ਵਿੱਚ ਡਿੱਗ ਪਿਆ, ਸਮੇਤ ਘੋੜੇ ਜਿਉਂਦਾ ਸੜ ਕੇ ਮਰ ਗਿਆ। ਤੇ ਜਦੋਂ ਕੋਈ ਮੁਸਲਮਾਨ ਸੜਦਾ ਏ ਤੇ ਉਹ ਰੌਲਾ ਪਾ ਕੇ ਕਹਿੰਦੇ ਆ ਇਹ ਦੋਜ਼ਖ ਵਿੱਚ ਗਿਆ, ਕਿਉਂਕਿ ਮੁਸਲਮਾਨ ਅੱਗ ਨਹੀਂ ਨਾ ਲਾਉਂਦੇ।
ਮਿੱਟੀ 'ਚ ਨੱਪ ਦਿੰਦੇ ਆ। ਤਾਂ ਹੀ ਤਾਂ ਬਾਬਾ ਰਾਮ ਰਾਏ ਨੂੰ ਪੁੱਛਿਆ ਸੀ ਔਰੰਗਜ਼ੇਬ ਨੇ ਵੀ ਜਿਹੜਾ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਉਹ ਇਸੇ ਕਰਕੇ ਪੁੱਛਿਆ ਸੀ ਕਿਉਂਕਿ ਮਹਾਰਾਜ ਨੇ ਉਹਦੇ ਵਿੱਚ ਇਹ ਖੰਡਨ ਕੀਤਾ, ਕਹਿੰਦੇ ਤੁਸੀਂ ਕਹਿੰਦੇ ਅੱਗ ਨਹੀਂ ਲਾਉਣੀ, ਮੁਸਲਮਾਨ ਨੂੰ ਅੱਗ ਲੱਗ ਜੇ ਜਿਉਂ ਮੁਰਦੇ ਨੂੰ ਤੇ ਉਹ ਦੋਜ਼ਖ 'ਚ ਜਾਂਦਾ। ਤੇ ਜੇ ਮੰਨ ਲਓ ਜਿੱਥੇ ਤੁਹਾਡਾ ਮੁਰਦਾ ਨੱਪਿਆ ਉੱਥੋਂ 5-7 ਸਾਲਾਂ ਬਾਅਦ ਕੋਈ ਘੁਮਿਆਰ ਮਿੱਟੀ ਲੈ ਆਵੇ, ਉਹਦੀ ਮਿੱਟੀ ਉਹਦੇ 'ਚ ਰਲੀ ਤੇ ਉਸ ਮਿੱਟੀ ਨੂੰ ਗੁੰਨ ਕੇ ਤੇ ਫੇਰ ਵੀ ਅੱਗ ਤੇ ਚੜਾਊਗਾ ਹੀ। ਮਿੱਟੀ ਮੁਸਲਮਾਨ ਕੀ ਪੇੜੈ ਪਈ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਝੜ ਝੜ ਰੋਵੇ ਬੱਪੜੀ। ਕਹਿਣ ਲੱਗੇ ਫਿਰ ਵੀ ਤੇਰੀ ਰੂਹ ਰੋਵੇਗੀ। ਇਸ ਕਰਕੇ ਮੁਸਲਮਾਨ ਸਮਝਦੇ ਸੜ ਕੇ ਮਰਨ ਨੂੰ ਦੋਜ਼ਖ 'ਚ ਜਾਣਾ। ਮੇਰੇ ਗੁਰੂ ਅਰਜਨ ਸਾਹਿਬ ਨੇ ਪੋਥੀ ਦਾ ਸਿਮਰਨ ਨਹੀਂ ਛੱਡਿਆ, ਉਹ ਰਾਹ 'ਚ ਹੀ ਮੁੱਕ ਗਿਆ, ਪਹੁੰਚਿਆ ਹੀ ਨਹੀਂ। ਮਹਾਰਾਜ ਕਹਿੰਦੇ ਸੁਨਾਮ ਬਾਬਾ ਬੁੱਢਾ ਇਹ ਪੋਥੀ ਐਵੇਂ ਨਹੀਂ ਹੈ, ਇਸ ਪੋਥੀ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਹਨ। ਸੋ ਇਸ ਕਰਕੇ ਤੁਸੀਂ ਵਡਭਾਗੇ ਹੋ, ਮਹਾਰਾਜ ਦੀ ਪੋਥੀ ਦੇ ਦੀਦਾਰ ਕਰਦੇ ਹੋ। ਆਓ 2-4 ਮਿੰਟ ਜੁੜੀਏ ਜੀ। ਇੱਕ ਓੰਕਾਰ ਕਰਤਾ ਪੁਰਖ ਲੈਂਦੇ ਥੱਕ ਪਾਏ।
ਖਾਹੇ ਖਾਹੇ ਜੁਗਾ ਜੁਗੰਤਰ ਖਾਹੇ ਖਾਹੇ ਜੁਗਾ ਜੁਗੰਤਰ ਖਾਈ ਖਾਏ ਜੁਗਾ ਜੁਗੰਤਰ ਖਾਈ ਖਾਏ ਦਿੰਦਾ ਦੇ ਲੈਂਦੇ ਥੱਕ ਪਾਏ ਦਿੰਦਾ ਦੇ ਲੈਂਦੇ ਥੱਕ ਪਾਏ ਦਿੰਦਾ ਦੇ ਲੈਂਦੇ ਥੱਕ ਪਾਏ ਦਿੰਦਾ ਦੇ ਲੈਂਦੇ ਥੱਕ ਪਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੂਰਨ ਮਹਾਂਪੁਰਖ ਸਾਧੂਆਂ ਦੀ ਮੰਡਲੀ ਦੇ ਵਿੱਚ ਜਾ ਕੇ ਸੁਭਾਏ ਮਾਨ ਨੇ। ਕੱਲ ਆਪਾਂ ਸ਼ਰਵਣ ਕੀਤਾ ਸੀ ਮਹਾਰਾਜ ਜੀ ਦੇ ਮਿਰਦੁਲ ਮਿੱਠੇ ਤੇ ਪਿਆਰੇ ਗਲੇ ਦੇ ਵਿੱਚੋਂ ਇਤਨੀ ਪਿਆਰੀ ਆਵਾਜ਼ ਆਈ। ਮਹਾਰਾਜ ਕਹਿਣ ਲੱਗੇ, ਮਹੰਤ ਜੀ ਤੁਸੀਂ ਨੰਗੇ ਕਾਹਤੋਂ ਰਹਿੰਦੇ ਹੋ, ਕੱਪੜਾ ਕਿਉਂ ਨਹੀਂ ਪਾਉਂਦੇ? ਔਰ ਇੱਕ ਬੜਾ ਸੁੰਦਰ ਜੋਗੀ ਸਿੱਧ ਬਹੁਤ ਉੱਚਾ ਲੰਮਾ, ਉਹਦਾ ਚਿਹਰਾ ਜਿਵੇਂ ਗੁਲਾਬ ਦਾ ਫੁੱਲ ਖਿੜਿਆ, ਇੰਨਾ ਲਾਲੀ ਭਖਦੀ। ਅਤੇ ਹਜ਼ੂਰ ਕਹਿਣ ਲੱਗੇ ਤੂੰ ਸਵਾਹ ਕਾਹਤੋਂ ਮਲੀ ਫਿਰਦਾ ਏ? ਇਹਨਾਂ ਸਵਾਲਾਂ ਦੇ ਜਵਾਬ ਹੁਣ ਜੋਗੀ ਮਹਾਰਾਜ ਨੂੰ ਦੇਣਾ ਕਰਦੇ ਹਨ। ਬਹੁਤ ਸੁਨੋ ਭੋਜਨ ਕੀ ਰੀਤੀ ਜੇ ਹਮ ਜਾਚੈ ਹੋਤ ਅਨੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧ ਕਹਿਣ ਲੱਗੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਬਾਰੇ ਇਦਾਂ ਕਿਉਂ ਪੁੱਛਦੇ ਹੋ? ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਤੁਹਾਡੇ ਵੱਲ ਦੇਖ ਕੇ ਚਾਹੁੰਦਾ ਏ ਤੁਹਾਨੂੰ ਕੁਝ ਛਕਾਵਾਂ। ਸਭ ਤੋਂ ਵੱਡੀ ਪਿਆਰ ਦੀ ਨਿਸ਼ਾਨੀ ਹੁੰਦੀ ਕਿਸੇ ਨੂੰ ਕੁਝ ਦੇਣਾ। ਦੇਣ ਵਾਲੇ ਨੂੰ ਦੇਵਤਾ ਕਿਹਾ ਜਾਂਦਾ ਹੈ। ਦੇਵਤੇ ਦੇ ਅਰਥ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਕਰਦੇ ਆ। ਜਿਹੜਾ ਦਿੰਦਾ ਹੀ ਰਵੇ ਉਹਨੂੰ ਦੇਵਤਾ ਕਹਿੰਦੇ ਆ। ਉਹ ਤੁਸੀਂ ਵੀ ਬਣ ਸਕਦੇ, ਕਿਉਂਕਿ ਉੱਦਾਂ ਦੇਵੀ ਦੇਵਤੇ ਪੂਜੇ ਜਾਂਦੇ ਆ। 33 ਕਰੋੜ ਦੇਵੀ ਦੇਵਤਾ, ਜਿਹਦੇ 'ਚ ਪਾਣੀ ਵੀ ਦੇਵਤਾ, ਅੰਨ ਵੀ ਦੇਵਤਾ, ਅੱਗ ਵੀ ਦੇਵਤਾ। ਇਹ ਸਾਰੇ ਕੁਛ ਨਾ ਕੁਛ ਕਿਸੇ ਨੂੰ ਦੇ ਰਹੇ ਹੈ। ਜੇ ਤੁਸੀਂ ਵੀ ਆਪਣਾ ਸੁਭਾਅ ਇੱਦਾਂ ਦਾ ਬਣਾ ਲਓ ਤੁਸੀਂ ਵੀ ਦੇਵਤੇ ਬਣ ਜਾਣਾ। ਮਹਾਰਾਜ ਬਾਣੀ ਕਹਿੰਦੀ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਜਿਨ ਮਾਨਸ ਤੇ ਕਰਤ ਨਾ ਲਾਗੀ ਵਾਰ। ਕਹਿੰਦੇ ਜਿਹਨੇ ਮਨੁੱਖ ਤੋਂ ਦੇਵਤੇ ਬਣਾ ਦਿੱਤੇ ਹੈ, 1 ਮਿੰਟ ਵੀ ਨਹੀਂ ਲਾਇਆ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ, ਰਹਿਮਤਾਂ ਦੇ ਦਾਤੇ, ਕਿਰਪਾ ਦੇ ਮਾਲਕ ਹਨ। ਆਪ ਵਿੱਚ ਵਰਤਣ ਵਾਲੇ ਹਨ ਗੁਰੂ ਗਰੀਬ ਨਵਾਜ। ਸੋ ਸਤਿਗੁਰੂ ਮਹਾਰਾਜ ਜੀ ਦੀ ਦਇਆ ਹੈ, ਰਹਿਮਤ ਹੈ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਹੋ। ਤਾਂ ਉਹ ਸਿੱਧ ਕਹਿਣ ਲੱਗਾ ਵੀ ਜੇ ਸਾਡੀ ਰੀਤੀ ਦੀ ਪੜਚੋਲ ਕਰੀਏ, ਸਾਨੂੰ ਬਾਹਤਾ ਕੋਈ ਖਾਣ ਪੀਣ ਦਾ ਸ਼ੌਂਕ ਨਹੀਂ, ਤੇ ਆਪਾਂ ਤਾਂ ਇੱਥੇ ਫੇਲ ਹੋ ਜਾਣਾ। ਹੁਣ ਕੋਈ ਨਿੰਦਿਆ ਕਰੇ ਵੀ ਬਾਬੇ ਨਾਨਕ ਨੇ ਸਾਧੂਆਂ ਨੂੰ, ਆ ਕੋਈ ਬੋਲ ਰਿਹਾ ਸੀ, ਕਹਿੰਦੇ ਇਹ ਝੂਠੀ ਸਾਖੀ ਬਣਾਈ ਸਾਧਾਂ ਨੇ ਆਪਣੀ ਪੂਜਾ ਕਰਾਉਣ। ਝੂਠੀ ਗੱਲ ਬਣਾਈ ਵੀ ਸਾਧੂਆਂ ਨੂੰ ਲੰਗਰ ਛਕਾਇਆ ਵੀ ਲੋਕੀ ਸਾਨੂੰ ਪੂਜਣ, ਐਵੇਂ ਝੂਠੀ ਹੈ। ਖਾ ਕੇ 25-25 ਰੋਟੀਆਂ, 2-2 ਕਿਲੋ ਪੀਜ਼ਾ ਤੇ ਐਸ਼ ਪ੍ਰਸਤੀ ਕਰਕੇ ਬਾਜ਼ਾਰਾਂ 'ਚ ਮਿੱਤਰਾ, ਤੇ ਤੂੰ ਅੱਜ ਲਾਈ ਹੋ ਕੇ ਕਹਿੰਦਾ ਇਹ ਝੂਠ ਹੈ। ਤੈਨੂੰ ਗੱਲਾਂ ਆਉਂਦੀਆਂ, ਸਮਾਂ ਭੁੱਲ ਗਿਆ, ਮੈਂ ਨਾਂ ਨਹੀਂ ਲੈਂਦਾ, ਤੁਸੀਂ ਸਮਝ ਗਏ ਹੋਵੋਗੇ ਵੀ ਤੂੰ 2-2, 3-3 ਲੱਖ ਦੀ ਵਾਚ ਬੰਨ੍ਹਦਾ ਹੈ, ਇੰਨੇ ਮਹਿੰਗੇ ਕੱਪੜੇ, ਸਾਈਂ ਦੀ ਕਮਾਈ ਕਰਕੇ ਅੱਜ ਉਸੇ ਥਾਲੀ 'ਚ ਖਾ ਕੇ ਥੁੱਕਣਾ। ਤੁਸੀਂ ਵੀ ਜ਼ਿੰਦਗੀ 'ਚ ਰੱਖਿਓ, ਜਿਸ ਨਾਲ ਬੈਠ ਕੇ ਤੇ ਇੱਕੇ ਭਾਂਡੇ ਖਾ ਲਈਏ, ਯਾਦ ਰੱਖੋ ਬੁਰਾ ਕਦੇ ਉਸ ਦਾ ਤਕਾਈਏ ਨਾ। ਇੱਕ ਵਾਰੀ ਜਿਹਦੇ ਨਾਲ ਬੁਰਕੀ ਖਾ ਲਈ ਹੋਵੇ, ਸਿਰ ਤਾਂ ਲੈ ਜੇ ਪਰ ਉਹਨੂੰ ਕਦੇ ਧੋਖਾ ਨਾ ਦਿਓ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ, ਪਰ ਅੱਜ ਦੁਨੀਆ ਦੀ ਫਿਦਰਤ ਹੈ, ਉਸੇ ਥਾਲੀ 'ਚ ਖਾ ਕੇ ਉੱਥੇ ਛੇਕ ਕਰ ਜਾਂਦੇ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਕਹਿੰਦੇ ਜੋਗੀ ਜੀ ਤੁਸੀਂ ਪ੍ਰਸ਼ਾਦਾ ਨਹੀਂ ਛਕਦੇ। ਮਹਾਰਾਜ ਕਹਿੰਦੇ ਕਦੇ, ਮਹਾਂਪੁਰਖ ਕਹਿੰਦੇ ਕਦੇ ਸ਼ੌਂਕ ਹੀ ਨਹੀਂ ਰੱਖਿਆ।
ਕਹਿੰਦੇ ਕਮਾਲ ਦੀ ਗੱਲ ਹੈ, ਅਸੀਂ ਰੋਟੀ ਇੱਕ ਟਾਈਮ ਕੀ 3 ਟਾਈਮ ਖਾਂਦੇ, ਜੇ ਕਿਤੇ ਸ਼ਾਮਾਂ ਨੂੰ ਲੇਟ ਹੋ ਜੇ ਤੇ ਘਰ ਦੇ ਪਤੀਲੇ ਮੂੰਹ ਦੇ ਕਰ ਦਿੰਦੇ ਆ। ਬਹੁਤੇ ਤੁਹਾਡੇ 'ਚ ਕਿਤੇ ਰੋਟੀ ਪਾਣੀ ਲੇਟ ਹੋ ਜੇ ਨਾ 20 ਮਿੰਟ, ਪਤੀਲੇ ਪੁੱਠੇ ਕਰ ਦਿੰਦੇ, ਥਾਲੀਆਂ ਕੰਧਾਂ ਨੂੰ ਮਾਰ ਦਿੰਦੇ, ਕਈਆਂ ਨੂੰ ਪਤਾ ਘਰੋਂ ਕਰੀ। ਤੋ ਇੰਨਾ ਕੀ ਸਬਰ ਸਾਡੇ 'ਚ ਜੇ 3 ਟਾਈਮ ਖਾਂਦੇ ਆ। ਤੇ ਨਿੰਦਿਆ ਉਹਨਾਂ ਦੀ ਕਰਦੇ ਆ ਜਿਨ੍ਹਾਂ ਨੇ ਮੌਤ ਨੂੰ ਮੱਥੇ ਲਾਏ ਤੇ 9-9 ਮਹੀਨੇ ਜੰਗ ਲੜੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਐਵੇਂ ਨਹੀਂ ਕਿਸੇ ਨੂੰ ਪਿਆਰ ਕਰਨ ਲੱਗੇ। ਮਹਾਰਾਜ ਨੂੰ ਰੱਬ ਨੂੰ ਸਭ ਤੋਂ ਵੱਧ ਤਰਸ ਆਉਂਦਾ ਹੀ ਉਹਦੇ ਤੇ ਜਿਹੜਾ ਬੰਦਗੀ ਕਰਦਾ, ਜਿਹੜਾ ਸਿਮਰਨ ਕਰਦਾ ਹੈ। ਇਸ ਕਰਕੇ ਮਹਾਰਾਜ ਨੂੰ ਜੋਗੀ ਕਹਿੰਦਾ ਜੀ ਪ੍ਰਸ਼ਾਦੇ ਦੀ ਬਹੁਤੀ ਜ਼ਰੂਰਤ ਨਹੀਂ ਸਮਝੀ ਦੀ। ਸਿੰਘਾਸਨ ਸੰਤੋਖ ਸੁਹਾਵਾ, ਆਪਰ ਬੈਸ ਪਰਮ ਸੁਖ ਪਾਵਾ। ਕਹਿਣ ਲੱਗੇ ਐ ਬਾਲਕ, ਐ ਪਿਆਰੀ ਸੂਰਤ ਵਾਲੇ ਸੋਹਣੇ ਜੈ ਲਾਲ ਗੁਰੂ ਨਾਨਕ ਨੂੰ, ਠੀਕ ਆ ਅਸੀਂ ਕਦਰ ਕਰਦੇ ਤੇਰੇ ਪਿਆਰ ਦੀ, ਸਾਡੇ ਕੋਲ ਤਾਂ ਕੋਈ 2 ਮਿੰਟ ਵੀ ਨਹੀਂ ਰੁਕਦਾ, ਪਰ ਤੇਰੇ ਅੰਦਰ ਕੁਛ ਦਿਸਦਾ ਹੈ ਜਿਹੜਾ ਸਾਨੂੰ ਵੇਖ ਕੇ ਪੁੱਛਣ ਆ ਗਿਆ ਏ। ਇੰਨੇ ਸਾਲ ਹੋਏ ਲੋਕੀ ਕੋਲੋਂ ਲੰਘ ਜਾਂਦੇ, ਕਦੇ ਸਾਡੇ ਵੱਲ ਕੋਈ ਮੂੰਹ ਵੀ ਨਹੀਂ ਕਰਦਾ, ਪਰ ਤੈਨੂੰ ਕੀ ਨਜ਼ਰ ਪਿਆ ਆਇਆ ਸਾਡੇ ਵਿੱਚੋਂ ਜਿਹੜਾ ਤੂੰ ਸਾਡੇ ਲਈ ਇੰਨਾ ਦਰਦ ਲੈ ਕੇ ਆਇਆ ਹੈ। ਅੱਗੋਂ ਜੋਗੀ ਕਹਿੰਦਾ ਮਹਾਰਾਜ ਅਸੀਂ ਸੰਤੋਖ ਦੇ ਤਖਤ ਤੇ ਬੈਠੇ ਹਾਂ। ਕਾਹਦੇ ਤਖਤ ਤੇ? ਇਹ ਆਪਾਂ ਨੂੰ ਕੋਈ ਪੁੱਛੇ, ਆਪਾਂ ਕਹਿਣਾ ਭੁੱਖ ਦੇ ਤਖਤ ਤੇ। ਭੁੱਖ ਹੀ ਨਹੀਂ ਜਾਣੀ, ਮਰ ਜਾਣਾ ਇਹਦੇ। ਜਦੋਂ 200 ਵਾਲਾ ਸੂਟ ਪਾਉਂਦੇ ਸੀ ਉਦੋਂ ਭੁੱਖ ਸੀ 500 ਦਾ ਪਾਈਏ, ਫਿਰ ਰੱਬ ਨੇ ਦਿਨ ਬਦਲਤੇ 15,000 20,000 25,000 ਦਾ ਵੀ ਪਾ ਲਿਆ, ਭੁੱਖ ਫੇਰ ਨਹੀਂ ਗਈ। ਤੋ ਇਸ ਕਰਕੇ ਇਹ ਸਾਡੀ ਭੁੱਖ ਜਿਹੜੀ ਇਹ ਕਦੇ ਨਹੀਂ ਮੁੱਕਣੀ। ਇਸ ਕਰਕੇ ਕਿਸੇ ਨੇ ਕਿਹਾ 4 ਚੀਜ਼ਾਂ ਵਾਸਤੇ ਬੰਦਾ ਸਟਰਗਲ ਕਰਦਾ ਜ਼ਿੰਦਗੀ 'ਚ, ਨੋਟ ਕਰ ਲਿਓ। ਨੰਬਰ 1 ਮੇਰਾ ਨਾਮ ਉੱਚਾ ਹੋਵੇ। ਨੰਬਰ 2 ਮੈਂ ਸਾਰੇ ਪਿੰਡ ਤੋਂ ਅੱਗੇ ਹੋਵਾਂ। ਨੰਬਰ 3 ਮੇਰਾ ਲਿਬਾਸ ਸੋਹਣਾ ਹੋਵੇ। ਤੇ ਨੰਬਰ 4 ਮੇਰਾ ਮਕਾਨ ਸੋਹਣਾ ਹੋਵੇ। 4 ਚੀਜ਼ਾਂ। ਹੁਣ ਰੱਬ ਦੀ ਰਹਿਮਤ ਕਿੰਨੀ ਕਮਾਲ ਆ ਵੀ ਕਈ ਵਾਰੀ ਹੋ ਸਕਦਾ ਇਹ 4 ਚੀਜ਼ਾਂ ਕਿਸੇ ਨੂੰ ਜਿਉਂਦੇ ਜੀ ਨਾ ਮਿਲ ਸਕਣ, ਪਿੰਡ 'ਚੋਂ ਅੱਗੇ ਨਾ ਨਿਕਲ ਸਕੀ, ਉੱਚਾ ਵੀ ਨਾ ਹੋ ਸਕੇ, ਕੱਪੜੇ ਵੀ ਨਾ ਚੰਗੇ ਪਾ ਸਕੇ, ਕੋਠੀ ਵੀ ਨਾ ਨਸੀਬ, ਕਈ ਵਿਚਾਰੇ ਗਰੀਬੀ 'ਚ ਮਰ ਜਾਂਦੇ। ਪਰ ਰੱਬ ਕਹਿੰਦਾ ਮੈਂ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਜਦੋਂ ਬੰਦਾ ਚੜ੍ਹਾਈ ਕਰਦਾ ਤੇ ਮੈਂ ਸਾਰਿਆਂ ਨੂੰ ਇੱਕੇ ਤਰੀਕੇ ਨਾਲ ਲਿਜਾਨਾ ਏ, ਕਿਉਂਕਿ ਉਸੇ ਫੱਟੇ ਤੇ ਅਮੀਰ ਪਿਆ ਜਾਂਦਾ ਤੇ ਉਸੇ ਫੱਟੇ ਤੇ ਉਸੇ ਅਮੀਰ ਨੂੰ ਵੀ 4 ਚਿੱਟੀਆਂ ਲੋਈਆਂ ਤੇ ਗਰੀਬ ਨੂੰ ਵੀ, ਉਸੇ ਅਮੀਰ ਨੂੰ ਵੀ 2.5 ਕੁਇੰਟਲ ਬਾਲਣ ਲੱਕੜਾਂ ਦਾ ਕੋਈ ਚੰਦਨ ਨਹੀਂ, ਇੱਕ ਗਰੀਬ ਨੂੰ ਵੀ ਬਾਲਣ ਲੱਕੜਾਂ ਦਾ। ਮੈਂ ਵਿਸ਼ੇ ਨੂੰ ਸੰਕੋਚਾਂ। ਰੱਬ ਰਹਿਮਤ ਇੰਨੀ ਕਰਦਾ, ਕਹਿੰਦਾ ਕਿਤੇ ਤੁਸੀਂ ਦਿਲ ਨਾ ਛੱਡ ਜਾਓ ਕਿ ਰੱਬ ਨੇ ਧੱਕਾ ਕੀਤਾ। ਜਿੱਦਣ ਆਪਣਾ ਜਨਾਜ਼ਾ ਨਿਕਲਣਾ ਨਾ ਉਦਨੇ 4 ਸ਼ਰਤਾਂ ਰੱਬ ਜੀ ਨੇ ਪੂਰੀਆਂ ਕਰ ਦੇਣੀਆਂ। ਨੰਬਰ 1 ਸਭ ਤੋਂ ਉੱਚਾ ਕੌਣ ਹੁੰਦਾ? ਮੁਰਦੇ ਦਾ ਮੰਜਾ, ਬਾਕੀ ਸਾਰੇ ਥੱਲੇ ਰਹਿ ਜਾਂਦੇ ਨਾ ਇੱਦਾਂ। ਦੂਜਾ ਸਭ ਤੋਂ ਸੋਹਣਾ ਲਿਬਾਸ ਕਿਹਦਾ ਹੁੰਦਾ? ਖੱਫਣ ਨਵਾਂ ਹੀ ਹੁੰਦਾ ਜੀ, ਐਨ ਕਾਟਨ ਦਾ, ਕੋਈ ਦਾਗ ਨਹੀਂ, ਕੋਈ ਧੋ ਨਹੀਂ। ਨੰਬਰ 3 ਸਾਰੇ ਪਿੰਡ ਤੋਂ ਅੱਗੇ ਕੌਣ ਹੁੰਦਾ? ਮੁਰਦਾ, ਬਾਕੀ ਸਾਰੀ ਲਾਈਨ ਪਿੱਛੇ ਲੱਗਣੀ ਆ। ਤੇ ਸਭ ਤੋਂ ਆਖਰੀ ਤੇ ਚੌਥਾ ਸਵਾਲ ਹੈ ਮੇਰਾ ਮਕਾਨ ਕਬਰਸਤਾਨ। ਜਿੰਨਾ ਮਰਜ਼ੀ ਲਾ ਲਾ ਪੋਚੇ, ਲੋਕਾਂ ਦਾ ਲਹੂ ਨਿਚੋੜ ਕੇ 1.5 ਲੱਖ ਦਾ ਬੈੱਡ ਰੱਖਿਆ ਹੀ, ਲੋਕਾਂ ਦਾ ਲਹੂ ਧੋ ਕੇ ਕੰਧਾਂ ਨੂੰ 50,000 ਨੂੰ 2 ਫੁੱਟ ਵਾਲੀ ਟੈਲ ਲਾਈ। ਇਹ ਗੁਰਬਾਣੀ ਨਹੀਂ ਬਖਸ਼ਦੀ। ਮਹਾਰਾਜ ਕਹਿੰਦੇ ਤੇਰਾ ਮਕਾਨ ਕਬਰਸਤਾਨ ਹੋਊਗਾ, ਤੇਰੀ ਰੂਹ ਨੂੰ ਜਮ ਕੁਸਣਗੇ। ਸਿੱਧਾਂ ਦੇ ਅੰਦਰ ਬੜੀ ਬਖਸ਼ਿਸ਼ ਹੈ ਜੀ। ਉਹਨਾਂ ਨੇ ਗੁਰੂ ਨਾਨਕ ਨੂੰ ਹੌਲੀ ਜੀ ਸਮਝਣਾ। ਅਜੇ ਗੱਲਬਾਤ ਸ਼ੁਰੂ ਹੋਈ, ਆਪਾਂ ਜਿੰਨਾ ਚਿਰ ਬੰਦੇ ਨੂੰ ਬੁਲਾਈਏ ਨਾ ਬੈਠੀਏ ਨਾ ਉਹਦਾ ਸੁਭਾਅ ਨਹੀਂ ਪਤਾ ਲੱਗਦਾ, ਉਹਨਾਂ ਚਿਰ ਡਰੀਦਾ। ਫਿਰ ਸੁਭਾਅ ਪਤਾ ਲੱਗ ਜੇ ਫਿਰ ਪਤਾ ਲੱਗ ਜਾਂਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਅਜੇ ਸੁਭਾਅ ਨਹੀਂ ਰਲਿਆ। ਸਿੱਧਾਂ ਦਾ ਇਰਾਦਾ ਚਿਹਰਾ ਬੜਾ ਪਿਆਰਾ ਹੈ,
ਗਲਾ ਵੀ ਬੜਾ ਪਿਆਰਾ ਹੈ, ਉਹਨਾਂ ਦੀ ਵੀ ਬੰਦਗੀ ਅੱਖ ਤੇ ਵੈਸੇ ਖੋਲੀ ਜਾਂਦੀ ਕਮਾਈ ਵਾਲੇ ਦੀ, ਵੀ ਜਿਹੜਾ ਆ ਕੇ ਪੁੱਛਦਾ ਐਵੇਂ ਨਹੀਂ ਕੋਈ ਪੁੱਛਦਾ, ਕੋਈ ਗੱਲ ਹੀ ਹੈ। ਕਿਉਂਕਿ ਸੰਗਤ ਵਿੱਚ ਹੀ ਕੋਈ ਕਿਸੇ ਬਾਰੇ ਪੁੱਛੇ ਨਾ, ਐਵੇਂ ਨਹੀਂ ਕੋਈ ਪੁੱਛਦਾ। ਤੁਹਾਡਾ ਵੀ ਤਜਰਬਾ ਤੇ ਮੇਰਾ ਵੀ, ਕੋਈ ਵੀ ਤੁਹਾਨੂੰ ਕਿਸੇ ਬਾਰੇ ਗੱਲ ਕਰੇ ਐਵੇਂ ਨਹੀਂ ਪੁੱਛੂਗਾ, ਉਹਦੇ ਪਿੱਛੇ ਕੋਈ ਕਾਰਨ ਹੁੰਦਾ, ਬਹੁਤ ਵੱਡਾ ਹੋਵੇ ਛੋਟਾ ਹੋਵੇ ਤੁਸੀਂ ਜਾਣਦੇ ਹੋ। ਬਾਕੀ ਉਹਨਾਂ ਚਿਰ ਕਿਸੇ ਨੂੰ ਲੋੜ ਹੀ ਨਹੀਂ ਕਿਸੇ ਤੱਕ। ਹਾਂਜੀ, ਤੋ ਇਸ ਕਰਕੇ ਉਸ ਸਾਧੂ ਨੇ ਆਖਿਆ, ਕਹਿੰਦੇ ਬਾਬਾ ਤੇਰੇ ਬੋਲ ਪੁੱਤਰ ਬੜੇ ਪਿਆਰੇ ਜਾਪਦੇ ਐ, ਪਰ ਸਾਡਾ ਆਸਣ ਸੰਤੋਖ ਦੇ ਤਖਤ ਤੇ ਹੈ। ਸੰਤੋਖ ਦੇ ਤਖਤ ਤੇ ਆਸਣ ਲਾਉਣਾ ਆਪਣੇ ਵੱਸ ਦੀ ਗੱਲ ਨਹੀਂ। ਆਪਾਂ ਨੂੰ ਤੇ ਹੁਣੇ ਮਾੜਾ ਜਿਹਾ ਕੋਈ ਫੋਨ ਕਰਕੇ ਕਹਿ ਦੇ ਵੀ ਬਾਬਾ ਜੀ ਆਓ, ਤੁਹਾਨੂੰ ਉੱਥੇ ਡਿਊਟੀ ਦਿਵਾਉਣੇ ਜਿੱਥੇ ਮਹੀਨੇ ਦਾ 2 ਲੱਖ ਦੇਣਗੇ, ਮੈਂ ਤਾਂ ਚੱਪਲਾਂ ਵੀ ਨਹੀਂ ਪਾਉਣੀਆਂ। ਕੋ ਸਤਨਾਮ, ਜੇ ਤੁਹਾਨੂੰ ਕੋਈ ਕਹਿ ਦੇ ਫਲਾਣੇ ਤਾਂ ਬਾਬਾ ਅੱਜ ਹੀ ਤੁਹਾਡਾ ਕੰਮ ਕਰਾਊ, ਤੁਸੀਂ ਲੱਭਣਾ ਨਹੀਂ, ਵਿੱਚੇ ਆਟਾ ਛੱਡ ਕੇ ਭੱਜ ਜਾਣਾ। ਕੋ ਸਤਨਾਮ, ਕਹਿਣਾ ਮਰਨ ਦਿਓ, ਸੰਗਤ ਭੁੱਖੀ ਮਰਦੀ, ਮੈਂ ਤੇ ਆਪਦਾ ਕੰਮ ਕਰਾਵਾਂ। ਤੋ ਇਸ ਕਰਕੇ ਸਾਧ ਸੰਗਤ ਜੋਗੀ ਨੇ ਸਵਾਲ ਬੜੇ ਕਮਾਲ ਦਾ ਤੇ ਜਵਾਬ ਵੀ ਹੁਣ ਸ਼ੁਰੂ ਹੋ ਕੇ ਕਹਿੰਦਾ, ਗੁਰੂ ਨਾਨਕ ਸਾਹਿਬ ਅਸੀਂ ਸੰਤੋਖ ਦੇ ਆਸਣ ਤੇ ਚੌਂਕੜਾ ਮਾਰਿਆ, ਇਹ ਜਿਸ ਆਸਣ ਤੇ ਬਹਿ ਕੇ ਪਰਮ ਸੁੱਖ ਮਿਲਦਾ, ਆ ਦੁਨੀਆ ਦੇ ਲੋਕਾਂ ਕੋਲ ਸੰਤੋਖ ਦਾ ਆਸਣ ਨਹੀਂ, ਭੁੱਖ ਦਾ ਬੈੱਡ ਹੈ। ਆਪਾਂ ਸਾਰੇ ਭੁੱਖ ਦੇ ਆਸਣ ਤੇ ਬੈਠੇ ਆਂ। ਕੁੱਲੀ ਤੋਂ ਕੈਨੇਡਾ ਦਾ ਸਫ਼ਰ ਤੈਅ ਕੀਤਾ, ਭੁੱਖ ਥੋੜਾ ਨਿਕਲੀ। ਮੈਂ ਜੇ ਵੇਖਿਆ ਇੱਥੋਂ ਵਾਲੇ ਹੋ ਸਗੋਂ ਦਿਲ ਵੱਡਾ ਜੇ, ਜਿੰਨਾ ਬੰਦਾ ਬਾਹਰ ਜਾਂਦਾ ਪੈਸੇ ਵਾਲਾ ਉਨਾ ਹੀ ਦਿਲ ਛੋਟਾ ਹੋ ਜਾਂਦਾ। ਕੋ ਸਤਨਾਮ। ਇਸ ਕਰਕੇ ਇੱਥੇ 10,000 ਕਮਾਉਣ ਵਾਲਾ ਉੱਥੇ 1 ਲੱਖ ਕਮਾਉਂਦਾ, ਇਹ 10,000 ਵਾਲਾ ਫਿਰ ਵੀ ਕਿਸੇ ਨੂੰ 100-200 ਕਹੂ, ਗੱਲ ਹੀ ਕੋਈ ਨਹੀਂ। ਜਿਹੜਾ ਲੱਖ ਵਾਲਾ ਉਹਨੇ ਕਹਿਣਾ ਮੇਰੇ ਕੋਲ ਹੈਗਾ ਹੀ ਕੁਝ ਨਹੀਂ। ਇਹ ਤੁਸੀਂ ਆਪ ਪਰਖ ਕੇ ਵੇਖ ਲਿਓ। ਤੋ ਗੁਰੂ ਪਾਤਸ਼ਾਹ ਮਹਾਰਾਜ ਨੂੰ ਜੋਗੀ ਕਹਿੰਦੇ, ਪਾਤਸ਼ਾਹ ਅਸੀਂ ਸੰਤੋਖ ਦੇ ਆਸਣ ਤੇ ਬੈਠੇ ਹਾਂ, ਇਸ ਆਸਣ ਤੇ ਬਹਿਣਾ ਵੀ ਕਿਸੇ ਮਰਦ ਦਾ ਹੀ ਕੰਮ ਹੈ। ਕਿਉਂਕਿ ਸੰਤੋਖ ਕਹਿਣਾ ਸੌਖਾ, ਮੈਂ ਕਥਾ 'ਚ ਕਹੀ ਜਾਣਾ, ਸੰਤੋਖ ਰੱਖਣਾ ਬੜਾ ਔਖਾ। ਇਸ ਕਰਕੇ ਜੋਗੀ ਨੇ ਬੜਾ ਸੁੰਦਰ ਜਵਾਬ ਗੁਰੂ ਨਾਨਕ ਸਾਹਿਬ ਨੂੰ ਦਿੱਤਾ। ਮਹਾਰਾਜ ਕਹਿੰਦੇ ਕੀ ਮਿਲਦਾ ਇਸ ਤਖਤ ਤੇ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਤਖਤ ਤੇ ਬੜਾ ਸੁੱਖ ਮਿਲਦਾ ਹੈ। ਸੇਵਾ ਕਰੇ ਅਨੇਕ ਅਨੇਕ ਪ੍ਰਕਾਰੀ। ਔਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੜਾ ਸੋਹਣਾ ਜਵਾਬ ਹੈ, ਪਰ ਮੈਂ ਹੈਰਾਨ ਹੈ ਤੁਹਾਡੀ ਕਿਸਮਤ ਤੇ, ਵੀ ਤੁਸੀਂ ਕਦੇ ਚਾਅ ਨਹੀਂ ਆਇਆ ਵੀ ਵਿਆਹ ਕਰਾਈਏ, ਬੱਚੇ ਹੋਣ, ਸੋਹਣਾ ਘਰ-ਬਾਰ ਹੋਵੇ, ਤੁਹਾਨੂੰ ਕਦੇ ਨਹੀਂ ਚੇਤਾ ਆਇਆ। ਤੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਨੂੰ ਅੱਗੋਂ ਜੋਗੀ ਕਹਿੰਦਾ, ਹੱਸ ਕੇ ਕਹਿੰਦਾ, ਨਾਨਕ ਕਿਹੜੀ ਕਿਸਮਤ ਦੀ ਗੱਲ ਕਰਦਾ? ਕਿਸਮਤ ਤੇ ਸਾਡੀ ਨੌਕਰੀ ਕਰਦੀ ਆ। ਕਿਸਮਤ ਸਾਡੀ ਕਿੱਡੀ ਵੱਡੀ ਗੱਲ ਆ ਵੀ। ਨੌਕਰੀ ਦਾ ਭਾਵ ਹੁੰਦਾ ਮੁੱਠੀ 'ਚ। ਆਪਣੀ ਕਿਸਮਤ ਨੂੰ ਮੁੱਠੀ 'ਚ ਨਹੀਂ ਆਪਾਂ ਲੈ ਸਕਦੇ, ਉਹਦੇ ਹੱਥ 'ਚ ਹੈ। ਕਈ ਵਾਰੀ ਦਾਣੇ ਪੱਕੇ ਹੁੰਦੇ, ਸਾਰਾ ਕੋਈ ਤਿਆਜ, ਬੁਰਕੀ ਮੂੰਹ ਤੱਕ ਨਹੀਂ ਜਾਣ ਦਿੰਦਾ। ਜੋ ਲਿਖਿਆ ਵਿੱਚ ਤਕਦੀਰਾਂ ਦੇ ਉਹੀ ਪ੍ਰਾਪਤ ਹੋਣਾ ਹੈ। ਇਸ ਕਰਕੇ ਮਹਾਰਾਜ ਜੀ ਨੂੰ ਜੋਗੀ ਤੇ ਸਵਾਲ ਧਿਆਨ ਨਾਲ ਸੁਣਿਓ। ਕਥਾ ਦਾ ਰਿਜ਼ਲਟ ਇਹੋ ਹੁੰਦਾ, ਕੁਝ ਲੱਭਣਾ ਤੇ ਜ਼ਰੂਰ ਸਿੱਖਣਾ। ਜਿੰਨਾ ਕੁ ਸਮਝ ਆਉਂਦੀ ਹੈ ਵੀ ਸਤਿਗੁਰੂ ਕਿਤੇ ਸਾਨੂੰ ਵੀ ਸੰਤੋਖ ਦੇ ਆਸਣ ਤੇ ਬਹਾ ਦੇ। ਆਖੋ ਵਾਹਿਗੁਰੂ। ਸੰਤੋਖ ਦੇ ਆਸਣ ਤੇ ਭਾਵ ਵੀ ਜਿੱਦਾਂ ਦਾ ਪ੍ਰਸ਼ਾਦਾ ਪਾਣੀ ਕੱਪੜਾ ਘਰ ਜੋ ਵੀ, ਉਹ 7 ਵਚਨ ਕਹਿ ਕੇ ਪ੍ਰਵਾਨ ਕਰ ਲਾ। ਪਰ ਹੁੰਦਾ ਨਹੀਂ। ਜਦੋਂ ਕਿਤੇ ਆਪਣੇ ਤੋਂ ਵੱਡੇ ਵੱਲ ਨੂੰ, ਸੋਹਣੇ ਵੱਲ ਨੂੰ, ਜਵਾਨ ਵੱਲ ਨੂੰ, ਮਾਇਆ ਧਾਰੀ ਵੱਲ ਨੂੰ ਬੰਦਾ ਵੇਖਦਾ, ਇੱਕ ਵਾਰੀ ਤਾਂ ਬਲੱਡ ਜਿਹਾ ਵੀ ਕੱਢ ਜਾਂਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧ ਕੀਤਾ, ਮਹਾਰਾਜ ਕਿਸਮਤ ਸਾਡੀ ਔਰ ਕਹਿੰਦੇ ਹਨ ਕਿਸਮਤ ਦੇ ਨਾਲ ਸੂਰਮੇ ਹਨ। ਕਿਸਮਤ ਔਰਤ ਲਿੰਗ ਹੈ, ਸੂਰਮੇ ਪਲਿੰਗ ਹੈ। ਕਹਿਣ ਦਾ ਭਾਵ ਇਸਤਰੀ ਲਿੰਗ ਮਰਦ। ਔਰ ਇਸ ਤਰ੍ਹਾਂ ਕਰਕੇ ਉਹ ਕਹਿੰਦੇ ਕਿਸਮਤ ਜਿਹੜੀ ਹੈ ਉਹਦੇ ਨਾਲ 5 ਸੂਰਮੇ ਹੈ। ਕਿਹੜੇ ਭਲਾ? ਕਾਮ, ਕ੍ਰੋਧ, ਇਹ 5 ਦੇ ਨਾਲ ਕਿਸਮਤਾਂ ਬਣਦੀਆਂ। ਤੁਹਾਨੂੰ ਪਤਾ, ਜੋ ਆਪਣੀ ਕਿਸਮਤ 'ਚ ਲਿਖਿਆ ਉਹ ਆਪਾਂ ਨੂੰ। ਤੇ ਕਿਸਮਤ ਕਿੱਦਾਂ ਬਣੀ? ਕਰਮ ਕਰਕੇ। ਤੇ ਕਰਮ ਇਹਨਾਂ 5 ਦੇ ਵੱਸ 'ਚ ਹੋ ਕੇ ਬੰਦਾ ਕਰਦਾ। ਜੇ ਕਿਸੇ ਨੂੰ ਮਾਰੂਗਾ ਗੁੱਸਾ ਆਊਗਾ, ਜੇ ਕਿਸੇ ਨਾਲ ਗਲਤ ਹੋਊ ਕਾਮ ਆਊਗਾ, ਜੇ ਕਿਸੇ ਦੀ ਚੋਰੀ ਕਰੂ ਮੋਹ ਆਊਗਾ,
ਜੇ ਕਿਸੇ ਦਾ ਗਲ ਘੁੱਟ ਕੇ ਲੁੱਟੂ ਲੋਭ ਆਊਗਾ, ਤੇ ਜੇ ਕਿਸੇ ਨੂੰ ਉਦਾਂ ਹੀ ਧੱਕਾ ਮਾਰ ਕੇ ਕਹੂ ਜਾ ਕਰ ਲਾ ਜੋ ਕਰਨਾ, ਉੱਥੇ ਹੰਕਾਰ ਆਊਗਾ। ਇਹ 5 ਚੀਜ਼ਾਂ ਜਿਹੜੀਆਂ ਕਰਮ ਦੀ ਫਿਲਾਸਫੀ ਘੜਦੀਆਂ ਏ, ਇਹ ਸਿੱਧ ਬੜੀ ਬੰਦਗੀ ਵਾਲੇ ਆ ਜਿਹੜੇ ਸਵਾਲ ਜਵਾਬ ਕਰ ਰਹੇ। ਆ ਗੱਲਾਂ ਆਮ ਬੰਦੇ ਦੇ ਵੱਸ ਨਹੀਂ, ਕਿਸੇ ਗਿਆਨੀ ਦੇ। ਸਿੱਧਾਂ ਨੇ ਆਖਿਆ ਸਤਿਗੁਰੂ ਕਿਸਮਤ ਸਾਡੀ ਨੌਕਰੀ ਕਰਦੀ। ਆ ਜਿੰਨੀ ਦੁਨੀਆ ਕਿਸਮਤ ਨੂੰ ਰੋਂਦੀ ਫਿਰਦੀ ਆ, ਸਾਰੀ ਦੁਨੀਆ ਨੂੰ ਪੁੱਛ ਕੇ ਵੇਖੋ ਚੀਕਾਂ ਨਿਕਲੀਆਂ ਪਈਆਂ। ਕੋਈ ਬੰਦਾ ਨਹੀਂ ਸੁਖੀ ਹੈਗਾ। ਜੇ ਬਾਹਰੋਂ ਕੋਈ ਤਣ ਮਨ ਦੁਖੀ, ਕੋਈ ਤਣ ਦੁਖੀ, ਕੋਈ ਚਿੰਤਾ ਚਿੱਤ, ਥੋੜੇ ਸਾਰੇ ਹੀ ਦੁਖੀ, ਇੱਕ ਸੁਖੀ ਰੱਬ ਦੇ ਦਾਸ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆ ਦੁਨੀਆ ਕਿਸਮਤ ਦੀ ਮਾਰੀ ਧੱਕੇ ਖਾਂਦੀ ਫਿਰਦੀ ਹੈ, ਪਰ ਅਸੀਂ ਕਿਸਮਤ ਦੇ ਮੁਤਾਜ ਨਹੀਂ, ਕਿਸਮਤ ਸਾਡੀ ਨੌਕਰੀ ਕਰਦੀ। ਸਿੱਧ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਇਹਦੇ 5 ਸੂਰਮੇ ਆ ਨਾ, ਉਹ ਸਾਡੀ ਨੌਕਰੀ ਕੀ ਸੇਵਾ ਕਰਦੇ, ਸੇਵਾ ਸਾਡੇ ਚਰਨਾਂ ਦੇ ਵਿੱਚ ਫਿਰਦੇ ਹਨ। ਸਤ ਸੁਭਟ ਸੰਗ ਬੋਬਿਤ ਤਪ ਤਪਨ, ਮੋਹ ਪਤ ਕੀ ਕਦ ਨਾ ਖਾਪਨ। ਹੁਣ ਇਹ ਅੰਦਰੂਨੀ ਰਾਜ ਆ, ਮਾਫ ਕਰਿਓ ਸਮਝ ਆ ਰਹੀ ਨਾ ਜੀ। ਅੰਦਰੂਨੀ ਰਾਜ ਕਰ ਰਹੇ ਜੋਗੀ। ਇੱਕ ਬਾਹਰੀ ਰਾਜ ਹੁੰਦਾ ਜਿਹੜਾ ਆਪਾਂ ਨੂੰ ਦੀਦਾ, ਇਹ ਬੰਦਗੀ ਵਾਲੇ ਨੂੰ ਦਿਸਣਾ। ਕਿਉਂਕਿ ਮਹਾਰਾਜ ਨੇ ਸਵਾਲ ਪਹਿਲਾਂ ਕੀਤਾ ਨਾ ਵੀ ਤੁਸੀਂ ਨੰਗੇ ਕਿਉਂ ਰਹਿੰਦੇ, ਤੁਹਾਡਾ ਘਰ ਕਿਉਂ ਨਹੀਂ ਹੈਗਾ, ਤੁਸੀਂ ਵਿਆਹ ਕਿਉਂ ਨਹੀਂ ਕਰਾਏ, ਤੁਹਾਡੇ ਬੱਚੇ ਕਿੱਥੇ ਹੈ, ਤੁਹਾਡੀ ਦੁਨੀਆਦਾਰੀ 'ਚ ਕੋਈ ਸਾਂਝ ਨਹੀਂ, ਤੁਸੀਂ ਵੀ 4 ਦਿਨ ਸੁੱਖ ਲਓ। ਹੁਣ ਜਿਹੜੀ ਸੁੱਖ ਨੂੰ ਆਪਾਂ ਕਹਿੰਦੇ ਨਾ ਨੌਜਵਾਨੀ ਖਾਸ ਕਰੇ ਵੀ ਖਾਓ ਪੀਓ ਐਸ਼ ਕਰੋ, ਅੱਗਾ ਕਿਸੇ ਨੇ ਵੇਖਿਆ? ਇਹਨਾਂ ਐਸ਼ਾਂ ਦੇ ਵਿੱਚ ਬੰਦਿਆਂ ਜ਼ਿੰਦਗੀਆਂ ਬਰਬਾਦ ਕਰ ਲਈਆਂ ਸਿਰਫ 4 ਦਿਨਾਂ ਦੇ ਬਦਲੇ। ਕਿਸੇ ਨੂੰ ਜ਼ਿੰਦਗੀ 'ਚ 4 ਸਾਲਾਂ ਵਾਸਤੇ ਆਪਾਂ ਪਿਆਰ ਕਰਕੇ ਜ਼ਿੰਦਗੀ ਤਬਾਹ, ਤੇ ਬਾਕੀ ਜਿਹੜੇ 70 ਸਾਲ ਕਿੱਥੇ ਜਾਣੇ ਆ? ਗਲਤੀ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਜੋਗੀ ਕਹਿੰਦੇ ਲੋਕਾਂ ਦਾ ਰਾਜ ਥੋੜੇ ਚਿਰ, ਸਾਡਾ ਨਿਸ਼ਚਲ ਹੈ। ਤੇ ਮਹਾਰਾਜ ਕਹਿੰਦੇ ਤੁਹਾਡੇ ਸਿਰ ਤੇ ਛਤਰ ਤੇ ਕੋਈ ਦੀਦਾ ਨਹੀਂ। ਤੇ ਅੱਗੋਂ ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ, ਸੱਚ ਦਾ ਛਤਰ ਸਤ ਕੋ ਛਤਰ ਸੀਸ ਪਰ ਝੂਲੰ। ਕਹਿੰਦੇ ਸਾਡੇ ਸਿਰ ਤੇ ਸੱਚ ਦਾ ਛਤਰ ਹੈ ਜਿਹੜਾ ਕਿਸੇ ਨੂੰ ਦੀਦਾ ਨਹੀਂ। ਮਹਾਰਾਜ ਨੂੰ ਤਾਂ ਦਿਸ ਰਿਹਾ, ਤਾਂ ਉਧਰ ਨੂੰ ਮੁੜੇ, ਕਿਉਂਕਿ ਗੁਰੂ ਨਾਨਕ ਐਵੇਂ ਨਹੀਂ ਕਿਸੇ ਦੇ ਘਰ ਜਾਂਦਾ। ਬੜੀ ਵੱਡੀ ਕਮਾਈ ਕੀਤੀ ਲਾਲੋ ਵਰਗਿਆਂ ਨੇ, ਮਰਦਾਨੇ ਵਰਗਿਆਂ ਨੇ, ਰਾਏ ਬੁਲਾਰ ਵਰਗਿਆਂ ਨੇ, ਮਨਸੁਖ ਵਰਗਿਆਂ ਨੇ, ਰਾਜੇ ਸ਼ਿਵਨਾਭ ਵਰਗਿਆਂ, ਭਾਈ ਭਗੀਰਥ ਵਰਗਿਆਂ, ਜਿਨ੍ਹਾਂ ਦੇ ਵਿਹੜੇ 'ਚ ਗੁਰੂ ਨਾਨਕ ਆਪ ਗਿਆ। ਬੜੀਆਂ ਰਹਿਮਤਾਂ ਵੰਡਣ। ਤੋ ਇਸ ਕਰਕੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਨੂੰ ਜੋਗੀ ਕਹਿੰਦਾ ਸਾਡੇ ਸਿਰ ਤੇ ਸੱਚ ਦਾ ਛਤਰ ਹੈ, ਲੋਕਾਂ ਦੇ ਸਿਰ ਤੇ ਝੂਠ ਦੇ ਛਤਰ ਹੈ। ਝੂਠ ਬੋਲ ਕੇ, ਕਿਸੇ ਦਾ ਹੱਕ ਖਾ ਕੇ, ਕਿਸੇ ਦਾ ਗਲ ਘੁੱਟ ਕੇ ਇਹ ਛਤਰ ਲਈ ਫਿਰਦੇ ਕੁਰਸੀਆਂ ਦੇ। ਕਮਾਲ ਦੇ ਵਚਨ ਜੋਗੀਆਂ ਦੇ। ਕਹਿੰਦੇ ਮਹਾਰਾਜ ਅਸੀਂ ਤੇ ਸੱਚ ਦਾ ਛਤਰ ਸਿਰ ਤੇ ਰੱਖਿਆ ਜਿਹੜਾ ਕਦੇ ਡਿੱਗਦਾ ਹੀ ਨਹੀਂ, ਸਦਾ ਨਿਸ਼ਚਲ ਰਹਿੰਦਾ ਹੈ। ਸਤ ਕੋ ਛਤਰ ਸੀਸ ਪਰ ਝੂਲੰ, ਜਾਸ ਤਿਲੋਕ ਤਪਤ ਪ੍ਰਤਿਕੂਲੰ। ਕਹਿੰਦੇ ਇਸ ਛਤਰ ਦਾ ਪ੍ਰਤਾਪ ਦੇਖ ਕੇ ਬੜੇ ਵੱਡੇ ਵੈਰੀ ਜਿਹੜੇ ਦੱਬ ਜਾਂਦੇ ਹਨ। ਅਬ ਚਲ ਜਪ ਕੋ ਅਸ ਸੁਖ ਪਾਇੰ, ਅਨੰਤ ਨ ਤਬ ਕੋ ਮਨ ਬਿਰਮਾਇੰ। ਔਰ ਕਹਿੰਦੇ ਇੰਨੀ ਤਕੜੀ ਫੌਜ ਤੇ ਇੰਨਾ ਸੋਹਣਾ ਰਾਜ ਸਾਡੇ ਕੋਲ ਹੈ ਨਾਨਕ ਜੀ, ਤਾਂ ਕਰਕੇ ਸਾਡਾ ਮਨ ਕਿਸੇ ਪਾਸੇ ਜਾਂਦਾ ਹੀ ਨਹੀਂ। ਨਾ ਅਸੀਂ ਕਿਸੇ ਔਰਤ ਵੱਲ ਵੇਹਣੇ ਆ, ਨਾ ਕਿਸੇ ਦੇ ਘਰ ਵੱਲ ਵੇਹਣੇ ਆ, ਨਾ ਕਿਸੇ ਦੇ ਬੱਚਿਆਂ ਵੱਲ ਵੇਹਣੇ ਆ, ਤੇ ਨਾ ਮਾਇਆ ਵੱਲ ਹੀ। ਸਾਡਾ ਉਧਰੋਂ ਮਨ ਹੀ ਮੁੜ ਗਿਆ ਸਤਿਗੁਰੂ। ਤਾਂ ਕਰਕੇ ਇੰਨੇ ਸੋਹਣੇ ਹੁੰਦਿਆਂ ਵੀ ਸਵਾਹ ਪਾ ਕੇ ਬੈਠੇ ਐ, ਕਿਉਂਕਿ ਸਾਨੂੰ ਪਤਾ ਲੱਗ ਗਿਆ ਇੱਕ ਦਿਨ ਸਰੀਰ ਸਵਾਹ ਹੋ ਜਾਣਾ। ਜਿੰਨਾ ਮਰਜ਼ੀ ਨੂੰ ਕਰੀਮਾ ਲਾ ਲਓ, ਮਾਫ ਕਰ ਦਿਓ, 1 ਮਿੰਟ ਦੀ ਕਟਿੰਗ ਕਰ ਲਿਓ, ਇਹਨੂੰ ਜਿੱਦਾਂ ਮਰਜ਼ੀ ਸ਼ਿੰਗਾਰ ਲਓ। ਨੌਜਵਾਨ ਬੈਠੇ ਮੇਰੇ ਰੋਜ਼ ਆਉਂਦੇ, ਮੈਂ ਵੀ ਪਹਿਲਾਂ ਮੋਨਾ ਸੀ, ਮਾਫੀ ਦਿਓ, ਪਤਾ ਨਹੀਂ ਸੀ ਇਸ ਪਾਸੇ। ਔਰ ਇਹਦਾ ਵੀ ਇੱਕ ਰੀਜਨ ਹੁੰਦਾ, ਸੱਚ ਕੌੜਾ ਹੁੰਦਾ, ਕਹਿ ਦੇਣਾ ਚਾਹੀਦਾ। ਕੋਈ ਵੀ ਭੈਣ ਵੀਰ ਆਪਣੇ ਸਰੀਰ ਨੂੰ ਛੇੜਛਾੜ ਕਰਦਾ, ਉਹਦੇ ਪਿੱਛੇ ਕੋਈ ਕਾਰਨ ਆ, ਕਿਉਂਕਿ ਉਹ ਕਿਤੇ ਜੁੜਿਆ ਵਾ, ਤੇ ਜਿੱਥੇ ਜੁੜਿਆ ਹੈ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰਦਾ। ਉਹ ਕਹਿੰਦਾ ਵੀ ਜੇ ਤੂੰ ਇਦਾਂ ਕਰਨਾ ਤਾਂ ਮੈਂ ਤੈਨੂੰ ਛੱਡ ਦੇਣਾ। ਹੁਣ ਉਹ ਵਿਚਾਰਾ ਕੀ ਕਰੇ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਫਸੇ ਹੈ। ਮੇਰਾ ਇੱਕ ਸੱਜਣ ਸੀ, ਉਹ ਬੜਾ ਰੋਇਆ, ਉਹਨੂੰ ਸਿੱਖੀ ਸਰੂਪ ਧਾਰਨ ਕਰਾਇਆ, ਤੇ ਥੋੜੇ ਦਿਨ ਬਾਅਦ ਨਾ ਇਦਾਂ ਮਿਲਿਆ ਤੇ ਇਦਾਂ ਪਰਨਾ ਲੈ ਲਿਆ ਇਦਾਂ। ਮੈਂ ਕਿਹਾ ਤੈਨੂੰ ਸੰਗ ਲੱਗਦੀ, ਵਿਆਹ ਹੋਇਆ ਨਵਾਂ, ਥੱਲੇ ਲਾ ਮੂੰਹ ਤੋਂ ਕੱਪੜਾ।
ਜਦੋਂ ਕੱਪੜਾ ਲਾਇਆ ਤੇ ਉਹ ਤਾਜੀ ਤਾਜੀ ਸ਼ੇਰ। ਮੈਂ ਕਿਹਾ ਇਹ ਕੀ ਕੀਤਾ? ਉਹ ਤੋਂ ਇਹ ਗਲਤੀ ਹੋ ਗਈ, ਕਿਤੇ ਇਦਾਂ ਕਥਾ ਹੋ ਰਹੀ ਸੀ ਤੇ ਮੈਂ ਕਿਹਾ ਵੀ ਜਕਾਰਾ ਛੱਡ ਕੇ ਹੱਥ ਖੜੇ ਕਰੋ, ਜਿਹੜੇ ਅੱਜ ਤੋਂ ਕੇਸ ਨਹੀਂ ਕਟਾਉਣਗੇ। ਉਹਨੇ ਸਭ ਤੋਂ ਪਹਿਲਾਂ ਹੱਥ ਖੜਾ ਕਰਕੇ ਜਕਾਰਾ ਛੱਡਤਾ। ਉੱਦਾਂ ਤਾਂ ਕੋਈ ਗੱਲ ਨਹੀਂ। ਤੇ ਮੈਂ ਕਿਹਾ ਉਹ ਜਕਾਰਾ ਛੱਡਿਆ ਸੰਗਤ ਵਿੱਚ। ਤੈਨੂੰ ਪਤਾ ਸੰਗਤ ਕੀ ਹੁੰਦੀ ਆ? ਜਿੱਦਣ ਆਪਾਂ ਨੂੰ ਸਾਰੇ ਛੱਡ ਗਏ ਤੇ ਸੰਗਤ ਦੀਆਂ ਅਰਦਾਸਾਂ, ਤੇ ਤੂੰ ਸੰਗਤ ਵਿੱਚ ਹੱਥ ਖੜਾ ਕੀਤਾ ਤੇ ਹੁਣ ਕੀ ਕੀਤਾ? ਚੁੱਪ ਕਰ ਗਿਆ। ਮੈਂ ਕਿਹਾ ਬੋਲ। ਕਹਿੰਦਾ ਬਾਬਾ ਕੀ ਕਰਾਂ, ਇੱਕ ਬੰਨੇ ਗੁਰੂ ਹੈ ਤੇ ਇੱਕ ਬੰਨੇ ਘਰ ਵਾਲੀ ਹੈ, ਹੁਣ ਦੋ ਚੋਂ ਕਿਹਨੂੰ ਚੁਣਾ? ਮੈਂ ਕਿਹਾ ਹੋਇਆ ਕੀ ਹੈ? ਕਹਿੰਦੇ ਉਹ ਕਹਿੰਦੇ ਆ ਵੀ ਜੇ ਤੇ ਮੇਰੇ ਨਾਲ ਰਹਿਣਾ ਤੇ ਮੈਂ ਨਹੀਂ ਇੱਦਾਂ ਰੱਖਣਾ, ਨਹੀਂ ਤੇ ਮੈਂ ਤਲਾਕ ਦੇ ਕੇ ਚੱਲ ਜਾਣਾ। ਕਹਿੰਦਾ ਹੁਣ ਬਾਬਾ ਤੂੰ ਦੱਸ ਵੀ ਰੋਟੀ ਘਰ ਵਾਲੀ ਦੀ ਹੱਥ ਦੀ ਖਾਵਾਂ ਕਿ ਲੰਗਰ 'ਚ ਆਇਆ ਕਰਾਂ? ਇਸ ਕਰਕੇ ਲੰਗਰ ਵਾਲਿਆਂ ਵਿੱਚ 4 ਦਿਨ ਵੱਧ ਆ ਗਿਆ ਤੇ ਉੱਥੇ ਬਿੱਲੇ ਵਰਗੇ ਨੇ ਕਹਿਣਾ ਭਾਈ ਰੋਜ਼ ਆਉਣਾ, ਪਹਿਲਾਂ ਲੱਕੜਾਂ ਸੁੱਟ। ਲੰਗਰ 'ਚ ਵੀ ਤੁਹਾਡੇ ਵਰਗਿਆਂ ਨੂੰ ਮਾਣ ਮਿਲਦਾ, ਜਿਹੜੇ ਮੇਰੇ ਪੱਕੇ ਅਗਲੇ ਪਹਿਲੋਂ ਕਹਿੰਦੇ ਜਾ ਪਹਿਲਾਂ ਬਾਲਣ ਚੱਕ ਕੇ ਲਿਆ, ਚੱਲ ਪਹਿਲਾਂ ਸੇਵਾ ਕਰ, ਪਤਾ ਹੁੰਦਾ ਰੋਜ਼ ਹੁੰਦਾ। ਕਹਿੰਦਾ ਇਸ ਕਰਕੇ ਮੈਂ ਸੋਚਿਆ ਵੀ ਚਲੋ ਗੁਰੂ ਵੱਲੇ ਤਾਂ ਜਦੋਂ ਵੇਖੀ ਜਾਓ, ਪਹਿਲਾਂ ਆਹ ਕੰਮ ਤਾਂ ਸਾਂਭੀਏ। ਤੋ ਐਸੀ ਕੰਡੀਸ਼ਨ ਵੀ ਬਣ ਜਾਂਦੀ ਕਈਆਂ ਦੀ ਜ਼ਿੰਦਗੀ ਦੇ ਵਿੱਚ, ਜਿਹਨੂੰ ਫਿਰ ਕਿਸੇ ਨੇ ਇਹ ਗੱਲ ਸੱਚੀ ਕਹੀ ਸੀ ਕਿ ਦੋਵਾਂ ਵਿੱਚੋਂ ਕਿੱਥੇ ਜਾਵਾਂ। ਇੱਕ ਘਰ ਦੂਜਾ ਘਰ, ਯਾਰ ਵੱਲੇ ਜਾਣਾ ਤੇ ਉਹ ਸਿੱਧੇ ਮੂੰਹ, ਰੱਬ ਵੱਲੇ ਜਾਣਾ ਤੇ ਲਾਗੇ ਵੀ। ਯਾਰ ਵੱਲੇ ਜਾਣਾ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ, ਰੱਬ ਕੋਲੇ ਜਾਣਾ ਤੇ ਉਹ ਲਾਗੇ ਵੀ। ਦੋਵਾਂ ਵਿੱਚੋਂ ਕਿੱਥੇ ਜਾਵਾਂ ਇਹੋ ਦੁੱਖ, ਇੱਕ ਘਰ ਰੱਬ ਦਾ ਦੂਜਾ ਸੰਸਾਰ ਦਾ। ਤੋ ਇਸ ਕਰਕੇ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਜੇ ਸੰਸਾਰ 'ਚ ਫਸ ਗਿਆ ਤੇ ਨਿਰੰਕਾਰ ਨਹੀਂ ਮਿਲਣਾ, ਚੀਜ਼ ਇੱਕ ਹੀ ਮਿਲਣੀ ਹੈ। ਮਹਾਰਾਜ ਨੇ ਵੀ ਕਿਹਾ ਸੀ, ਮਹਾਰਾਜ ਕਹਿੰਦੇ ਦੋਵਾਂ ਬੇੜੀਆਂ 'ਚ ਲੱਤ ਨਹੀਂ ਸਾਂ ਰੱਖ ਸਕਦਾ, ਜਾਂ ਮੈਂ ਉਰਾਰ ਹੁੰਦਾ ਜਾਂ ਮੈਂ ਪਾਰ ਹੁੰਦਾ। ਇੱਕੋ ਚੀਜ਼ ਹੀ ਦਇਆ ਸਿੰਘਾ ਰੱਖਣੀ ਸੀ, ਜਾਂ ਪੁੱਤ ਰਹਿੰਦੇ ਜਾਂ ਸਿੱਖਾਂ ਦਾ ਪਿਆਰ ਰਹਿੰਦਾ। ਕਹਿੰਦੇ ਮੈਨੂੰ ਰਤਾ ਪਰਵਾਹ ਨਹੀਂ। ਜਦੋਂ ਮਹਾਰਾਜ ਨਿਕਲੇ ਨਾ ਮਾਛੀਵਾੜੇ, ਮਹਾਰਾਜ ਕਹਿੰਦੇ ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਆਲੋਕ ਦੁਨੀਆ, ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ। ਮਹਾਰਾਜ ਕਹਿੰਦੇ ਇਤਿਹਾਸ ਬਣਨਾ ਹੈ ਤੇ ਕਈਆਂ ਨੇ ਕਹਿਣਾ ਗੋਬਿੰਦ ਸਿੰਘ ਰਾਤ ਨੂੰ ਭੱਜ ਗਿਆ, ਗੜੀ ਛੱਡ ਕੇ ਨਿਕਲ ਗਿਆ ਪੁੱਤ ਮਰਵਾ ਕੇ। ਕਹਿੰਦੇ ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ। ਇਹ ਨਹੀਂ ਮੈਂ ਸੁਣਨਾ ਕਿਸੇ ਤੋਂ। ਚੁੱਪ ਕਰਕੇ ਦਇਆ ਸਿੰਘਾ ਆ ਜਾ, ਇਹਦੇ ਮੂੰਹ ਤੇ ਕੱਪੜਾ ਨਾ ਪਾਈ, ਰਹਿਣ ਦੇ ਸਾਰੇ ਮੇਰੇ ਪੁੱਤ। ਇਦਾਂ ਦਾ ਗੁਰੂ ਗੋਬਿੰਦ ਸਿੰਘ ਪਿਓ ਹੈ ਸਾਡਾ। ਸਾਧ ਸੰਗਤ ਅਖੀਰ ਕਰ ਦਿੱਤੀ ਸਾਈਂ ਨੇ ਪਿਆਰ ਦੀ। ਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਮੈਂ ਵੀ ਤੈਨੂੰ ਬੜਾ ਪਿਆਰ ਕਰਦਾ, ਪਰ ਜਿਹੜੀਆਂ ਚੀਜ਼ਾਂ ਮੈਨੂੰ ਚਾਹੀਦੀਆਂ ਉਹ ਤੂੰ ਨਹੀਂ ਦੇ ਰਿਹਾ, ਫਿਰ ਮੈਂ ਤੈਨੂੰ ਕਿੱਦਾਂ ਪਿਆਰ ਕਰੂੰਗਾ। ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ, ਮੈਨੂੰ ਤੂੰ ਨਹੀਂ ਪਿਆਰਾ, ਮੈਨੂੰ ਤੇਰੇ ਚੇਨ ਪਿਆਰੇ। ਇਹਨਾਂ ਚੇਨਾਂ ਨੂੰ ਕਿਤੇ ਬਚਾ ਲੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ ਬੜਾ ਪਿਆਰਾ, ਧਿਆਨ ਨਾਲ ਸੁਣਿਓ। ਆਨੰਦਪੁਰ ਕਿਸੇ ਨੇ ਸੋਨਾ ਚੜਾਇਆ ਤੇ ਮੇਰੇ ਹਜੂਰ ਪਾਤਸ਼ਾਹ ਕਹਿੰਦੇ ਅਸਲੀ ਆ? ਜਿੰਨੇ ਚੜਾਇਆ ਕਹਿੰਦੇ ਮਹਾਰਾਜ ਹੋਰ ਨਕਲੀ ਚੜਾਉਣਾ। ਮਹਾਰਾਜ ਕਹਿੰਦੇ ਕੀ ਸਬੂਤ ਆ ਤੇਰੇ ਕੋ ਵੀ ਅਸਲੀ ਸੋਨਾ? ਕਹਿੰਦੇ ਮਹਾਰਾਜ ਸੁਨਿਆਰਾ ਸੱਦ ਲੈਨੇ ਆਪਾਂ ਇੱਥੇ ਕਸਵੱਟੀ ਤੇ ਪਰਖਦੇ ਆ। ਜਦੋਂ ਸੁਨਿਆਰਾ ਆਇਆ ਉਹਨੇ ਕਸਵੱਟੀ ਲਾਈ, ਕਹਿੰਦਾ ਮਹਾਰਾਜ 101% ਸੋਨਾ ਅਸਲੀ ਹੈ। ਲਾਗੇ ਮਹਾਰਾਜ ਸੱਚੇ ਪਾਤਸ਼ਾਹ ਬੈਠਾ ਸੀ, ਇੱਕ ਸਿੱਖ ਉਹਦਾ ਲੰਬਾ ਦਾੜਾ, ਚਿਹਰੇ ਤੇ ਨੂਰ, ਗੋਲ ਦਸਤਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕੌਣ ਹੈ? ਕਹਿੰਦੇ ਮਹਾਰਾਜ ਤੁਹਾਡਾ ਸਿੰਘ ਹੈ। ਮਹਾਰਾਜ ਕਹਿੰਦੇ ਸਿੰਘ ਨਾਮ ਸ਼ੇਰ ਦਾ। ਕਹਿੰਦੇ ਮੇਰਾ ਸ਼ੇਰ ਹੈ ਤੇ ਕੇਸ ਮੇਰੀ ਮੋਹਰ ਹੈ। ਜਿੱਦਾਂ ਸੁਨਿਆਰੇ ਨੇ ਕਸਵੱਟੀ ਲਾ ਕੇ ਗਵਾਹੀ ਦਿੱਤੀ ਕਿ ਸੋਨਾ ਅਸਲੀ ਹੈ, ਜਦੋਂ ਕਿਤੇ ਮੇਰਾ ਸਿੱਖ ਸਾਬਤ ਸੂਰਤ ਰੱਬ ਦੇ ਘਰ ਜਾਊ, ਮੈਂ ਹੱਥ ਲਾ ਕੇ ਕਹਿ ਦੂੰ ਅਸਲੀ ਹੈ। ਪਰ ਬੜਾ ਔਖਾ ਹੀਰੇ 'ਚ ਛੇਕ ਪਾਉਣਾ। ਚੱਕਰ ਤੇ ਇੱਥੋਂ ਆ ਕੇ ਫਸ ਜਾਂਦਾ, ਕਿਉਂਕਿ ਜੇ ਆਪਾਂ ਰੱਬ ਨੂੰ ਖੁਸ਼ ਕਰਨਾ ਹੈ ਤੇ ਫਿਰ ਚਿਹਰੇ ਨੂੰ ਕਰੂਪ ਕਰਨਾ। ਵੈਸੇ ਕਰੂਪ ਹੁੰਦਾ ਨਹੀਂ ਸਿੱਖਾਂ ਦਾ ਚਿਹਰਾ, ਮੈਨੂੰ ਮਾਫੀ ਦੇ ਦਿਓ। ਇੱਕ ਗੁਰੂ ਦਾ ਸਿੱਖ ਬੰਦਗੀ ਵਾਲਾ ਪ੍ਰਕਾਸ਼ ਦਾੜਾ
ਸੋਹਣੇ ਮੁਸ਼ਹਿਰੇ ਉਹਨੂੰ ਬਿਠਾ ਲਿਓ ਇੱਕ ਪਾਸੇ ਦੂਜੇ ਨੂੰ, ਇੱਕ ਪਾਸੇ ਭੈਣ ਇੱਕ ਆਮ ਲੈ ਆਓ, ਗੁੱਸਾ ਤਾਂ ਨਾ ਕਰੋਗੇ, ਆਪਾਂ ਪਰਿਵਾਰ ਹੈ। ਇੱਕ ਭੈਣ ਨੂੰ ਬਿਊਟੀ ਪਾਰਲਰ ਤੋਂ ਤਿਆਰ, ਮੈਂ ਵੀ ਭੈਣਾਂ ਵਾਲਾ ਹਾਂ, ਗਲਤ ਨਾ ਲਿਓ, ਆਪਾਂ ਸਾਰੀਆਂ ਭੈਣਾਂ ਵਈਆਂ। ਇੱਕ ਭੈਣ ਨੂੰ ਬਿਊਟੀ ਪਾਰਲਰ ਤੋਂ ਜ਼ੋਰ ਲਾ ਦਿਓ, ਭਾਵੇਂ ਲੱਖ ਰੁਪਈਆ ਲੱਗ ਜੇ, ਉਹਨੂੰ ਤਿਆਰ ਕਰ ਲਿਆਇਓ। ਇੱਕ ਭੈਣ ਨੂੰ ਸਾਦੇ ਮੁਰਾਦੇ ਚਿਹਰੇ ਨੂੰ ਧਵਾ ਕੇ ਦਹੀਂ ਦੇ ਨਾਲ ਗੋਲ ਦਮਾਲਾ ਬੰਨ ਕੇ ਦੋਹਾਂ ਤੇ ਦੁਪੱਟਾ ਪਾ ਦਿਓ, ਆਪ ਫਰਕ ਦੱਸਿਓ ਵੀ ਨੂਰ ਕੀਤੇ ਆ। ਐਵੇਂ ਨਹੀਂ, ਗੋਰੇ ਗੋਰਿਆਂ ਦੀ ਜ਼ਿੰਦਗੀ ਵੇਖੋ, ਰੱਬ ਦੀ ਸੂਰਤ ਸੀ, ਗੁੱਸਾ ਨਾ ਮੇਰੇ ਤੇ ਕੱਢਿਓ। ਆਪਾਂ ਪਰਿਵਾਰ ਬੈਠੇ ਆਂ, ਕੋਈ ਨਹੀਂ ਦੱਸਦਾ ਇਹ ਗੱਲਾਂ। ਮਹਾਰਾਜ ਕਹਿੰਦੇ ਰੱਬ ਨਾ ਕਰੇ ਤੁਸੀਂ ਤੁਰੇ ਜਾਓ, ਤੁਹਾਡਾ ਐਕਸੀਡੈਂਟ ਇਦਾਂ ਦਾ ਹੋਵੇ ਤੁਹਾਡੀ ਲੱਤ ਚਲੀ ਜੇ, ਤੇ ਜਦੋਂ ਬੰਦਾ ਪਰੇਡ ਤੋਂ ਬਾਅਦ ਕਹਿੰਦੇ ਡਾਕਟਰਾਂ ਲੱਤ ਵੜਤੀ, ਬੰਦਾ ਚੀਕ ਮਾਰ ਕੇ ਰੋਂਦਾ ਕਿ ਮੇਰੀ ਲੱਤ ਗਈ, ਮੈਂ ਤੁਰਨਾ ਨਹੀਂ ਹੁਣ। ਕਹਿੰਦੇ ਰੱਬ ਨਾ ਕਰੇ ਐਕਸੀਡੈਂਟ 'ਚ ਤੇਰੀ ਅੱਖ ਚਲੀ ਜੇ ਤੇ ਤੂੰ ਰੋਣਾ ਕਿ ਰੱਬਾ ਮੇਰੇ ਤੋਂ ਕੀ ਗੁਨਾਹ, ਰੱਬ ਨਾ ਕਰੇ ਤੇਰਾ ਹੱਥ ਚਲ ਜੇ, ਤੇਰਾ ਕੰਨ ਚਲ ਜੇ। ਕਹਿੰਦੇ ਕਿੰਨਾ ਦੁੱਖ ਆਉਂਦਾ। ਗੁਰੂ ਗੋਬਿੰਦ ਸਿੰਘ ਕਹਿੰਦੇ ਯਾਦ ਰੱਖੀ, ਮੈਂ ਆਪਣੇ ਪੁੱਤ ਨਹੀਂ ਕੋਲੇ ਰੱਖੇ। ਜਦੋਂ ਗੁਰੂ ਕਾ ਸਿੱਖ ਮੋਹਰ ਗਵਾਉਂਦਾ ਏ, ਜਿੰਨਾ ਤੁਹਾਨੂੰ ਦੁੱਖ ਲੱਗਦਾ ਲੱਤ ਟੁੱਟੀ ਤੇ ਅੱਖ ਗਈ ਦਾ, ਮੈਨੂੰ ਵੀ ਓਨਾ ਹੀ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਹਿੰਦੇ ਸਾਬਤ ਸੂਰਤ ਰੱਬ ਦੀ ਕਾਤੋਂ ਬੰਦਾ। ਹੁਣ ਭੈਣਾਂ ਇਹ ਵੀਰ ਹੈ, ਤੁਸੀਂ ਆਪਾਂ ਬੈਠੇ ਇਦਾਂ, ਮੈਂ ਵੀ ਕਥਾ ਸੁਣੀ ਜੀ, ਮੈਂ ਕੇਸ ਕੱਟੇ ਸੀ ਜਿੱਦਾਂ ਵੀਰ ਬੈਠੇ, ਪਰ ਮੈਂ ਭੱਜਾ ਨਹੀਂ। ਕਈ ਹੁੰਦੇ ਨਾ ਵੀ ਸਾਡੀ ਬੇਇੱਜ਼ਤੀ ਹੋ ਗਈ ਸਾਰੇ ਵੇਖ, ਇਹ ਗੱਲ ਨਹੀਂ ਸਮਝਣੀ ਕਦੇ। ਇੱਥੋਂ ਉੱਠ ਕੇ ਕਿੱਥੇ ਚੱਲ ਜਾਂਗੇ, ਘਰੇ ਚੱਲ ਜਾਂਗੇ, ਤੇ ਪਰ ਰੱਬ ਦੇ ਕੋਲੋਂ ਥੋੜੀ ਨਾ ਲੋਕ ਹੁੰਦਾ। ਉਹ ਕਥਾ ਸੀ ਇਦਾਂ, ਨੌਜਵਾਨਾਂ ਨੂੰ ਅੱਗੇ ਬੈਠੇ 5-7 ਜਣੇ, ਤੇ ਜਦੋਂ ਸੁਣਾਈ ਤੇ ਬੜੀ ਐ ਨੀਵੀਂ ਜੀ ਪੈ ਗਈ। ਪਰ ਉਹ ਦਿਨ ਆਖਰੀ ਸੀ ਮੇਰਾ, ਉਸ ਦਿਨ ਤੋਂ ਮੈਂ ਨਹੀਂ ਉਧਰ ਗਿਆ, ਕਿਉਂਕਿ ਬੱਚਿਆਂ ਦਾ ਕਸੂਰ ਨਹੀਂ, ਗਾਈਡਨੈਸ ਗਲਤ ਹੈ। ਬੱਚੇ ਕਥਾ ਸੁਣਨ, ਕੀਰਤਨ ਸੁਣਨ, ਤੇ ਮੈਂ ਵਾਅਦੇ ਨਾ ਕਹਿ ਸਕਦਾ, ਵਾਅਦੇ ਨਾ ਵੀ ਆਪ ਆ ਕੇ ਬੰਦਾ ਸਰੂਪ ਧਾਰਨ ਕਰੂ। ਹੁਣ ਜਦੋਂ ਆਪਾਂ ਮੋਬਾਈਲ ਗੱਡੀ ਘਰੇ ਵੇਖਣਾ ਹੀ ਕਲਾਕਾਰਾਂ ਦਾ, ਉਹ ਤਾਂ ਰੋਲ ਦਿੰਦੇ। ਮੈਂ 2 ਘੰਟੇ ਟੀਵੀ ਵੇਖ ਲਾਂ ਤੇ ਬੰਦਾ ਮਨ 'ਚ ਆ ਜਾਂਦਾ ਵੀ ਛੱਡ ਖੜਾ ਭਾਈ, ਰਹਿਣ ਦੇ ਕਥਾ ਕੁਥਾ, ਆਹ ਕੰਮ ਵਧੀਆ, 4 ਦਿਨ ਐਸ਼ ਲਓ, ਐਵੇਂ ਨਾਲੇ ਖਾਵਦੇ ਨਾਲੇ ਗੱਲਾਂ ਸੁਣਦੇ ਐ। ਮਨ ਏਡੀ ਛੇਤੀ ਡੋਲ ਜਾਂਦਾ ਮਾੜੀ ਸੰਗਤ ਨਾਲ। ਤੇ ਹੁਣ ਤੇ 24 ਘੰਟੇ ਮਾੜੀ ਆ, ਤੁਸੀਂ ਪਤਾ ਨਹੀਂ ਕਿਹੜੀ ਤਰਸ ਹੋਇਆ ਰੱਬ ਦਾ, ਜਿਹੜੇ ਆ ਕੇ ਬਹਿ ਜਾਂਦੇ। ਬਹਿੰਦਾ ਕੌਣ? ਘਰੇ ਗੁਰਬਾਣੀ ਚੱਲਦੀ ਹੋਵੇ ਤੇ ਅੰਦਰ ਨਹੀਂ 5 ਮਿੰਟ ਕੋਈ ਬਹਿੰਦਾ। ਇਹ ਤਾਂ ਸ਼ੁਕਰ ਕਰੋ ਗੁਰੂ ਅਰਜਨ ਸਾਹਿਬ ਨੇ ਪਤਾ ਨਹੀਂ ਕੋਈ ਪਿਛਲਾ ਕਰਮ ਗੋਦੀ 'ਚ ਥਾਂ ਦਿੱਤੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਧੂ ਤੂੰ ਧੰਨ ਹੈ, ਤੁਹਾਡੀਆਂ ਗੱਲਾਂ ਬੜੀਆਂ ਪਿਆਰੀਆਂ ਹਨ। ਸੰਤ ਉਕਤ ਕੀ ਸੁਨ ਕਰ ਜਗਤੰ, ਹਰਿਕਤ ਸ਼੍ਰੀ ਨਾਨਕ ਬਚਨ ਕਤੰ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਵਿੱਚ ਆ ਗਏ। ਜਦੋਂ ਸਾਧੂ ਦੇ ਬੋਲ ਸੁਣੇ ਨਾ ਵੀ ਅਸੀਂ ਇਸ ਸਰੀਰ ਨੂੰ ਸਵਾਹ ਸਮਝਿਆ, ਤਾਂ ਸਵਾਹ 'ਚ ਹੀ ਮਿਲਾਤਾ ਵੀ ਇਹ ਜਿੰਨਾ ਮਰਜ਼ੀ ਸੋਹਣਾ ਇਹਨੇ ਸਵਾਹ ਹੋ ਜਾਣਾ। ਇਸ ਕਰਕੇ ਅਸੀਂ ਪੁੱਤਰਾਂ ਧੀਆਂ ਦੁਨੀਆਦਾਰੀ ਬੀਬੀ ਬੰਦਿਆਂ ਦਾ ਮੋਹ ਦਿੱਤਾ ਛੱਡ, ਮੇਰੇ ਗੁਰੂ ਨਾਨਕ ਦੀ ਹੱਸ ਪਏ। ਮਹਾਰਾਜ ਕਹਿੰਦੇ ਆ ਤਾਂ ਪੂਰੀ PhD ਕਲੀਅਰ ਕਰ ਗਏ, ਆਖੋ ਸਤਨਾਮ। ਪੂਰਾ ਪੇਪਰ ਪਾਸ ਹੋ ਗਏ, ਸਿੱਖੀ ਦਾ ਵੀ ਪੇਪਰ ਹੈ। ਤੇ ਜਿਹਦੇ ਆਪਣੀ ਵਾਰੀ ਆ ਜੇ ਤੇ ਆਪਾਂ ਨੂੰ ਤੇ 0 ਹੀ ਆਉਣੀ। ਮੈਂ ਆਪਣੀ ਗੱਲ ਕਰਾਂ 0 ਆਊਗੀ, ਪੂਰਾ ਗੋਲ, ਕਿਉਂਕਿ ਮਹਾਰਾਜ ਦੀਆਂ ਦਿੱਤੀਆਂ ਬਖਸ਼ਿਸ਼ਾਂ 'ਚੋਂ ਇੱਕ ਵੀ ਨਹੀਂ ਕੋਲੇ। ਮਹਾਰਾਜ ਨੇ ਬਹੁਤ ਕੁਝ ਆਖਿਆ ਆਪਾਂ ਨੂੰ। ਮੈਂ ਉਦਣ ਵੀ ਕਿਹਾ ਸੀ ਨਾ, ਇੱਕ ਦਿਨ ਆਪਾਂ ਪੇਪਰ ਸਾਂਝਾ ਕੀਤਾ ਸੀ, ਤੁਹਾਨੂੰ ਯਾਦ ਹੈ? ਕਥਾ ਸੁਣਦੇ ਰੋਜ਼ ਇੱਕ ਪੇਪਰ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਸੀ ਵੀ ਜਿੰਨੇ ਪੇਪਰ ਦੇਤਾ ਉਹ ਸੱਚਖੰਡ ਜਾਂਦਾ। ਫਿਰ ਰਿਪੀਟ ਕਰ ਦੇਣਾ, ਬਾਬਾ ਦਿਨ ਉਹ ਚੱਲਿਆ। ਉਹ ਪੇਪਰ ਕੀ ਸੀ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤਰ ਗੁਰ, ਅੰਦਰ ਤੇਰੇ ਸਿਮਰਨ ਚੱਲੇ, ਲੋਕਾਂ ਦਾ ਬੁਰਾ ਨਾ ਰੱਖੀ। ਜਿਹਵਾ ਜਪ ਤੇਰੀ ਜ਼ੁਬਾਨ ਦੇ ਉੱਤੇ ਵਾਹਿਗੁਰੂ ਮੂਲ ਮੰਤਰ, ਕਿਸੇ ਲੋਕਾਂ ਦੀ ਕਿਸੇ ਬੀਬੀ ਬੰਦੇ ਦੀ ਗੱਲ ਨਾ ਕਰੀ। ਤੀਜਾ ਕੀ? ਨੇਤਰੀ, ਇਹਨਾਂ ਅੱਖਾਂ ਦੇ ਨਾਲ ਜਿੰਨੇ ਵੀ ਬੈਠੇ ਆ ਸਾਰਿਆਂ ਦੇ ਵਿੱਚ ਉਹਨੂੰ ਵੇਖੀ। ਕਿੱਥੋਂ ਵੇਖਿਆ ਜਾਂਦਾ? ਚੌਥਾ ਸੀ ਸ਼੍ਰਵਣੀ, ਸੁਣਨਾ, ਕੰਨਾਂ ਦੇ ਵਿੱਚ ਬਾਣੀ ਕੀਰਤਨ ਹੀ ਸੁਣੀ, ਕਿਤੇ ਗੰਦੀ ਚੀਜ਼ ਨਾ ਸੁਣੀ। ਤੇ ਮਹਾਰਾਜ ਕਹਿੰਦੇ 4 ਤੇਰੇ ਪ੍ਰਸ਼ਨ ਹੱਲ ਹੋ ਗਏ। ਤੇ ਫਿਰ ਕੀ ਕਹਿੰਦੇ ਆ? ਸਤਿਗੁਰ ਸੇਤੀ ਰਤਿਆ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਲਿਖ ਕੇ ਸਟਾਂਪ ਤੇ ਦੇ ਦਿੰਨਾ ਏ, ਜਿਹੜਾ ਇਹ ਸਾਰੀਆਂ ਗੱਲਾਂ ਦਾ ਪੇਪਰ ਪਾਸ ਕਰ ਜੂ ਦਰਗਾਹ 'ਚ ਬਹਿ ਜੂ ਜਾ ਕੇ।
ਉਹਨੂੰ ਕੋਈ ਲੋੜ ਨਹੀਂ ਕਿਸੇ ਦੇ ਕੀਰਤਨ ਕਥਾ ਦੀ, ਜਲੇਬੀਆਂ ਪਕੌੜਿਆਂ ਦੀ ਕੋਈ ਲੋੜ ਨਹੀਂ। ਭਾਵੇਂ ਕੋਈ ਸੁਖਮਣੀ ਸਾਹਿਬ ਨਾ ਪੜ੍ਹਾਵੇ ਉਹਦਾ, ਜਿੰਨੇ ਪੇਪਰ ਪਾਸ ਕਰ ਲਿਆ। ਪਰ ਪੇਪਰ ਮੈਨੂੰ ਤੇ ਇੱਕ ਪ੍ਰਸ਼ਨ ਵੀ ਨਹੀਂ ਹੱਲ ਇਹ ਚੋਂ, ਤੁਹਾਡਾ ਨਹੀਂ ਮੈਨੂੰ ਪਤਾ। ਪਹਿਲਾ ਪੇਪਰ ਪ੍ਰਸ਼ਨ ਸੀ ਵੀ ਅੰਤਰਗੁਰ, ਤੇ ਆਪਣੇ ਅੰਦਰ ਤੇ ਜ਼ਹਿਰ ਹੀ ਆ ਭਰਿਆ ਪਿਆ, ਤੇ ਜਿਹਵਾ ਜ਼ੁਬਾਨ ਦੇ ਉੱਤੇ ਵੀ ਚੁਗਲੀਆਂ ਹੀ ਹੈ, ਤੇ ਨੇਤਰੀ ਮੈਨੂੰ ਤਾਂ ਨਹੀਂ ਅੱਖਾਂ ਨਾਲ ਦੀਦਾ, ਮੈਨੂੰ ਤਾਂ ਦੁਸ਼ਮਣ ਹੀ ਦਿਸਦਾ ਆ। ਤੇ ਚੌਥਾ ਸੀ ਸ਼੍ਰਵਣੀ, ਉਹ ਕਿੱਥੇ ਸੁਣਿਆ ਜਾਂਦਾ, ਜਿੱਥੇ ਕਿ ਚੁਗਲੀ ਹੋਵੇ ਉੱਥੇ। ਅੱਛਾ ਕਿਹਦੀ ਗੱਲ ਕਰਦੇ ਭੈਣ ਜੀ, ਮੈਨੂੰ ਵੀ ਦੱਸਿਓ। ਕਹਿੰਦੇ ਆ ਜਾ ਚਾਹ ਪੀ ਲਾ ਨਾਲੇ ਸੁਣ ਲਾ। ਇਹ ਚਾਰੇ ਪੇਪਰ ਆਪਾਂ ਫੇਲ, ਜੇ 0 ਨੰਬਰ ਹੈ ਤੇ ਆਪਾਂ ਨੂੰ ਦਰਗਾਹ 'ਚ ਵੜਨ ਨਹੀਂ ਦੇਣਾ। ਮੈਂ ਵੀ ਨਾਲ ਹੀ ਹਾਂ ਤੁਹਾਡੇ, ਇਹ ਪੇਪਰ ਦੇਣਾ ਪੈਣਾ ਏ। ਜੇ ਤੇ 6.5 ਬੈਂਡ ਲੈਣੇ, ਜਹਾਜੇ ਬਹਿਣਾ ਬਾਬੇ ਦੇ, ਤੇ ਫਿਰ ਇਹ ਪੇਪਰ ਦੇਣਾ ਪੈਣਾ। ਇਹ ਪੇਪਰ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਸ਼ਾਮਾਂ ਨੂੰ ਜਿਹੜੇ ਗੁਰੂ ਕੇ ਲਾਲ ਰਹਿ ਰਸ ਪੜ੍ਹਦੇ, ਰੋਜ਼ ਪ੍ਰੇਸ਼ਨ ਆਉਂਦੇ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਅੱਧਾ ਹੀ ਕਰ ਲਾ ਭਲਿਆ, ਤੂੰ ਤਾਂ ਚੌਂ ਚੋਂ ਹੀ 0 ਲਈ ਬੈਠਾ। ਤੇ ਸੱਚੀ ਗੱਲ ਮੈਂ ਆਪਣੀ ਕੀਤੀ ਵੀ ਮੈਂ ਚੌਂ ਚੋਂ ਫੇਲ, ਜੇ ਤੁਹਾਡੇ ਚੋਂ ਕੋਈ ਪਾਸ ਹੋਵੇ 2-3 ਚੋਂ ਤੇ ਕਹਿ ਨਹੀਂ ਸਕਦੇ, ਕਿਉਂਕਿ ਇਦਾਂ ਦੀ ਰੂਹ ਲੱਭਣੀ ਔਖੀ ਨਾ, ਜਿਹਦਾ ਹਿਰਦਾ ਬਿਲਕੁਲ ਹੀ ਚਿੱਟਾ ਹੋ ਜੇ। ਨਹੀਂ ਹੋਣਾ। ਕਿਤੇ ਨਾ ਕਿਤੇ ਮਾਸੀ ਚਾਚੀ ਭਰਾ ਬਾਪੂ ਬੇਬੇ ਤੇ ਗਿਲਾ ਜ਼ਰੂਰ ਨਾ ਜ਼ਰੂਰ ਹੈਗਾ ਆਪਣੇ ਅੰਦਰ। ਸੱਚ ਦੱਸਿਓ ਜਾਂ ਨਾ ਦੱਸਿਓ, ਅੰਦਰ ਚੱਲਦੀ ਰਹਿੰਦੀ ਕਿਸੇ ਨਾ ਕਿਸੇ ਪ੍ਰਤੀ। ਤੇ ਇਸ ਕਰਕੇ ਮਹਾਰਾਜ ਹੱਸ ਪਏ, ਹਰਕਤ ਸ਼੍ਰੀ ਨਾਨਕ ਬਚ ਕੰਤੰ। ਕਹਿੰਦੇ ਮਹਾਰਾਜ ਮੇਰੇ ਹੱਸੇ ਬੜੇ ਸੋਹਣੇ ਹੋਣਗੇ, ਆਖੋ ਸਤਿਨਾਮ। ਕੋਈ ਹੱਸਦਾ ਹੋਵੇ ਆਮ ਇਨਸਾਨ ਤੇ ਕਿੰਨਾ ਪਿਆਰਾ ਲੱਗਦਾ। ਅੱਜ ਗੁਰੂ ਨਾਨਕ ਹੱਸਿਆ, ਮਾਨੋ ਸਾਰਾ ਜੰਗਲ ਖਿੜ ਗਿਆ। ਹਾਂਜੀ ਰੱਬ ਨਾਮ ਸੁਨਨ ਅਭਿਲਾਖਾ, ਤਮੋ ਧਨ ਧਰਮ ਡੜਾਖਾ। ਕਹਿਣ ਲੱਗੇ ਸਾਰੇ ਸਿੱਧ ਮਹੰਤ ਆ ਗਏ। ਜਦੋਂ ਮਹਾਰਾਜ ਮੁਸਕਰਾਏ ਤੇ ਕੁਝ ਮਹਿਸੂਸ ਹੋਇਆ, ਜਿਵੇਂ ਮਹਾਰਾਜ ਦੇ ਮੁਖ ਚੋਂ ਫੁੱਲ ਕਿਰ ਗਏ ਹੋਣ। ਸਿੱਧਾਂ ਦੇ ਅੰਦਰ ਨੂੰ ਠੰਡ ਪੈ ਗਈ, ਜਿਵੇਂ ਕੋਈ ਕਿਸੇ ਦੀ ਭਗਤੀ ਤੇ ਆ ਕੇ ਪ੍ਰਸੰਨ ਹੋ ਕੇ ਦਰਸ਼ਨ ਦੇ ਦਿੰਦਾ। ਤੇ ਉਸ ਵੇਲੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਧਨ ਹੋ, ਤੁਹਾਡਾ ਆਉਣਾ ਧਨ ਹੈ। ਇੱਕ ਵਾਰੀ ਆਪਣਾ ਨਾਂ ਤੇ ਦੱਸ ਦਿਓ, ਤੁਹਾਡਾ ਨਾਮ ਕੀ ਹੈ? ਆਸਾ ਇੱਕ ਏਕੰਕਾਰੰ, ਪਰਬ੍ਰਿਤ ਤਜ ਨਿਰਬ੍ਰਿਤ ਪਦ ਧਾਰੰ। ਔਰ ਕਹਿੰਦੇ ਮਹਾਰਾਜ ਸਾਨੂੰ ਵੀ ਦੱਸ ਦਿਓ ਵੀ ਤੁਸੀਂ ਕੈਸੀ ਜੋਤ ਦੇ ਮਾਲਕ ਹੋ, ਜਿਹੜੇ ਘਰ 'ਚ ਰਹਿ ਕੇ, ਗ੍ਰਸਤੀ ਪਰਿਵਾਰ 'ਚ ਰਹਿ ਕੇ ਵੀ ਇੰਨਾ ਕੁਝ ਲਈ ਬੈਠੇ ਜੇ। ਅਸੀਂ ਤਾਂ ਘਰੋਂ ਨਿਕਲ ਆਏ ਡਰਦੇ, ਪਰ ਤੁਸੀਂ ਗ੍ਰਸਤ 'ਚ ਰਹਿ ਕੇ ਵੀ ਇਹ ਪਿਆਰੀਆਂ ਗੱਲਾਂ ਤੇ ਸਾਰਾ ਕੁਝ ਕਿੱਥੋਂ ਆਇਆ? ਇਹ ਗ੍ਰਸਤ ਛੱਡ ਕੇ ਤਿਆਗ ਦਾ ਧਾਰਨ ਜਿਹੜਾ ਕਿਉਂ ਨਹੀਂ ਕੀਤਾ? ਸਮਤ ਅਗਾਤੀ ਸੰਤ ਸਚਲੀ, ਸ਼ਾਂਤ ਲਤਾ ਪਰ ਵਿਦ ਪ੍ਰਤਿਪਾਲੀ। ਹਮਾਰੇ ਸੱਚੇ ਪਾਤਸ਼ਾਹ ਕਹਿਣ ਲੱਗੇ ਜੋਗੀ ਜੀ, ਤੁਸੀਂ ਘਰ ਛੱਡਿਆ ਹੈ ਅੰਦਰ ਦੀ ਸ਼ਾਂਤੀ ਵਾਸਤੇ। ਵੀ ਪਰਿਵਾਰ 'ਚ ਰਹਿ ਕੇ ਬੰਦੇ ਨੂੰ ਕੋਈ ਨਾ ਕੋਈ ਪ੍ਰੋਬਲਮ ਪੈਂਦੀ ਹੈ, ਉਹਦਾ ਅੰਦਰ ਸ਼ਾਂਤ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਇੱਥੇ ਆਏ ਹੋ ਅੰਦਰ ਦੀ ਸ਼ਾਂਤੀ। ਤੇ ਮਹਾਰਾਜ ਕਹਿੰਦੇ ਉਹ ਇੱਥੇ ਆ ਕੇ ਵੀ ਨਹੀਂ ਕਈ ਵਾਰ ਮਿਲਦੀ। ਕਿ ਇੰਨਾ ਚਿਰ ਤੁਸੀਂ ਬੈਠੇ ਰਹੇ ਹੋ, ਅੰਦਰ ਸ਼ਾਂਤ ਹੋਇਆ ਕਿ ਨਹੀਂ? ਪਰ ਮਹਾਰਾਜ ਕਹਿੰਦੇ ਜਦੋਂ ਗ੍ਰਸਤ ਵਿੱਚ ਧਰਮੀ ਬਣੇਗੋ ਤਾਂ ਤੁਹਾਡਾ ਅੰਦਰ ਠੰਡਾ ਹੋ ਜਾਏਗਾ। ਕਿਉਂਕਿ ਅੰਦਰ ਸ਼ਾਂਤ ਹੋਵੇ ਤੇ ਬੰਦਾ ਸਾਰਿਆਂ ਨੂੰ ਚੁੱਕ ਚੁੱਕ ਕੇ ਗੱਲ ਨਾ ਲਾਉਂਦਾ। ਥੱਕਿਆ ਵੀ ਕਿੰਨਾ ਹੋਵੇ, ਘਰ 'ਚ ਬੱਚਾ ਠੀਕ ਨਾ ਹੋਵੇ, ਥੱਕਿਆ ਬੰਦਾ ਵੀ ਕੰਮ ਤੋਂ ਆ ਕੇ ਰਾਤ ਸਾਰੀ ਬੱਚੇ ਦਾ ਸਿਰ ਨੱਪਦਾ। ਕਿਉਂ ਨੱਪਦੇ ਹੋ? ਸ਼ਾਂਤ ਹੈ ਨਾ ਅੰਦਰ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਪੈ ਕਰਦੇ ਹਨ। ਭਾਗਿਤ ਮਹੰਤ ਸ਼ੁਭ ਬਾਣੀ, ਭਗਤੀ ਮਤ ਮਹੋ ਗੁਣ ਖਾਨੀ। ਕਹਿੰਦੇ ਮਹਾਰਾਜ ਹੱਸੀ ਜਾਂਦੇ ਤੇ ਹੱਸਦੇ ਹੱਸਦੇ ਬਚਨ ਕਰੀ ਜਾਂਦੇ ਹੈ। ਫਿਰ ਮਹੰਤ ਦੇ ਨੇਤਰਾਂ 'ਚ ਪਿਆਰ, ਹੱਥ ਜੁੜ ਗਏ। ਸਾਰਿਆਂ ਸਿੱਧਾਂ ਨੂੰ ਕਹਿੰਦਾ ਓਏ ਕੋਈ ਨਿਰੰਕਾਰ ਆ ਗਿਆ ਜੀ, ਇਹਨੂੰ ਪਛਾਣਨ 'ਚ ਦੇਰੀ ਨਾ ਕਰਿਓ, ਆਓ ਆਪਾਂ ਸਨਮਾਨ ਕਰਨਾ ਏ। ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਤੁਸੀਂ ਗੁਣਾਂ ਦੀ ਖਾਣ ਹੋ, ਤੁਹਾਡੀ ਉਮਰ ਇੰਨੀ ਛੋਟੀ ਤੇ ਗਿਆਨ ਇੰਨਾ ਜ਼ਿਆਦਾ। ਵੈਸ ਕਿਸ਼ੋਰ ਵਿਖਾਇ ਅਭਿਮਾਨੀ, ਸਤ ਸੰਗਤ ਪਰ ਸਮਤ ਲੁਬਾਨੀ। ਕਹਿੰਦੇ ਮਹਾਰਾਜ ਜੀ ਹੁਣ ਦਰਦਾਰ ਹੋ ਰਹੇ ਤੁਹਾਡੇ, ਦਰਸ਼ਨ ਕਰਕੇ ਬ੍ਰਹਮ ਗਿਆਨ ਹੋ ਗਿਆ।
ਅਸੀਂ ਪੁੱਛਣਾ ਚਾਹੁੰਦੇ ਹਾਂ, ਤੁਸੀਂ ਮਾਣ ਕਿਉਂ ਨਹੀਂ ਕਰਦੇ? ਅਸੀਂ ਸਿੱਧਾਂ ਨੇ ਤਾਂ ਥੋੜ੍ਹੀ ਥੋੜ੍ਹੀ ਭਗਤੀ ਕੀਤੀ, ਸਾਨੂੰ ਮਾਣ ਹੋ ਗਿਆ, ਅਸੀਂ ਅਜਮਤਾਂ ਦਿਖਾਉਣ ਲੱਗ ਪਏ, ਕਰਾਮਾਤਾਂ ਦਿਖਾਉਣ ਲੱਗ ਪਏ। ਪਰ ਬਾਬਾ ਤੇਰੇ 'ਚ ਇੰਨਾ ਕੁਝ ਹੁੰਦਿਆਂ ਵੀ ਤੂੰ ਮਾਣ ਨਹੀਂ ਕੀਤਾ ਕਦੇ, ਤੈਨੂੰ ਮਾਣ ਨਹੀਂ ਆਇਆ। ਇਹ ਸੱਚ ਹੈ। ਕਈ ਭੈਣਾਂ ਮੇਰੀਆਂ ਵੀਰ ਬੜੇ ਉੱਚ ਅਹੁਦਿਆਂ 'ਤੇ ਤਾਇਨਾਤ ਡਿਊਟੀਆਂ 'ਤੇ, ਔਰ ਉਹਨਾਂ ਦਾ ਅੰਦਰ ਇੰਨੀ ਕੁ ਨਿਮਰਤਾ ਵਾਲਾ। ਸ਼ਾਇਦ ਮੇਰੇ ਖਿਆਲ ਪਿਛਲੇ ਤੋਂ ਪਿਛਲੇ ਸਾਲ ਆਏ ਸੀ ਨਾ ਮਹਾਂਪੁਰਖ ਲੰਗਰਾਂ ਵਾਲੇ ਭਾਈ ਲਾ ਲਓ, ਜਿਨ੍ਹਾਂ ਖੰਡ ਪਾਠ ਵੀ ਰੱਖੇ ਸੀ ਪਿਛਲੇ ਮੇਲੇ ਤੋਂ ਪਿਛਲੇ ਮੇਲੇ 'ਤੇ 550 ਸਾਲਾ ਸ਼ਤਾਬਦੀ। ਅਤੇ ਉਹਨਾਂ ਮਹਾਂਪੁਰਖਾਂ ਦੇ ਪ੍ਰੇਮੀ ਮੈਂ ਦੇਖੇ ਉੱਥੇ। ਇੱਕ ਭੈਣ ਮੇਰੇ ਖਿਆਲ SSP, ਅਤੇ ਉਹ ਇੱਦਾਂ ਸਿੰਪਲ ਉਹਨੇ ਕੱਪੜੇ ਪਾਏ ਅਤੇ ਬੜੀ ਸੇਵਾ ਕੀਤੀ। ਅਤੇ ਦਾਸ ਦੀ ਵੀ ਡਿਊਟੀ ਉੱਥੇ ਸੀ, ਅਤੇ ਉਹਨੇ ਰਾਤ ਨੂੰ ਆਉਣਾ। ਜਿਹੜੇ ਪੜ੍ਹੇ ਲਿਖੇ ਨਾ ਮਾਫ ਕਰੇ, ਉਹਨਾਂ ਦੀ ਸੋਚ ਬੜੀ ਪਵਿੱਤਰ ਆ। ਸਾਡੀ ਭਾਵੇਂ ਗੁੱਸਾ ਕਰੋ ਜਾਂ ਨਾ ਕਰੋ, ਫਿਰ ਮੇਰਾ ਮਨ ਦੁਖਦਾ। ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ 2 ਵਾਰੀ ਕਥਾ ਸੁਣ ਲਈਏ, ਭਾਵੇਂ ਸਾਰੀ ਜ਼ਿੰਦਗੀ ਪਰ ਸਾਡੀ ਸੋਚ ਬੜੀ ਗੰਦੀ ਹੈ। ਸਾਨੂੰ ਲੋਕੀ ਸੱਚ ਹੀ ਫਿਰ ਆਂਢੀ ਗੁਆਂਢੀ ਕਹਿੰਦੇ ਵੀ ਗੁਰਦੁਆਰੇ ਕੀ ਲੈਣ ਜਾਂਦੇ, ਜੇ ਤੁਸੀਂ ਇੱਦਾਂ ਹੀ ਕਰਨਾ ਤਾਂ ਫਿਰ ਇੱਥੇ ਰਿਹਾ ਕਰੋ। ਅਤੇ ਮੈਂ ਤੁਹਾਨੂੰ ਸੱਚ ਕਹਾਂ ਵੀ ਉਹ ਸਿੰਪਲ ਵਰਦੀ ਦੇ ਵਿੱਚ, ਅਤੇ ਉਹਨੇ ਰਾਤ ਨੂੰ ਚੌਰ ਸਾਹਿਬ ਕਰਨਾ, ਮੇਰੇ ਨਾਲ ਸੁੱਖ ਆਸਣ ਕਰਾਉਣਾ, ਫਿਰ ਮਹਾਰਾਜ ਛੱਡ ਕੇ ਆਉਣਾ। ਅਤੇ ਇੰਨੀ ਨਿਮਰਤਾ। ਅਤੇ ਜਿੱਦਣ ਫਿਰ ਉਹ ਡਿਊਟੀ 'ਤੇ ਉਹਦੇ ਸਟਾਰ ਲੱਗੇ ਅਤੇ ਮੈਂ ਆਇਆ, ਉਹਨਾਂ ਪਛਾਣ ਲਿਆ, ਮੈਂ ਨਹੀਂ ਪਛਾਣਿਆ। ਮੈਂ ਜਦੋਂ ਆਇਆ ਅਤੇ ਅੱਗੇ ਉਹ ਖੜੋਤੇ, ਲੰਘਣ ਨਹੀਂ ਦਿੰਦੇ ਕਿਉਂਕਿ ਕਾਫੀ ਜਿਹੜਾ ਮੇਨ ਬੰਦਾ ਉਹਨੂੰ, ਅਤੇ ਉਹ ਜਦੋਂ ਵੇਖੇ ਅਤੇ ਉਹ ਹੱਸ ਪਏ। ਅਤੇ ਮੈਨੂੰ ਇੱਕ ਰੰਗ, ਮੈਂ ਕਿਹਾ ਇਹ ਤਾਂ ਵੇਖਿਆ ਕਿਤੇ ਲੱਗਦਾ ਇਹਨਾਂ ਨੂੰ। ਔਰ ਉਹਨਾਂ ਨੇ ਪਿਆਰ ਨਾਲ ਕੇ ਫਤਿਹ ਬੁਲਾਈ, ਕਹਿਣ ਲੱਗੇ ਪਾਸੇ ਹੋ ਜਾਓ, ਇਹ ਸਾਡੇ ਬਾਬਾ ਜੀ ਗ੍ਰੰਥੀ ਸਾਹਿਬ ਜੀ ਨੇ। ਅਤੇ ਬਾਅਦ 'ਚ ਆਏ। ਮੈਂ ਕਿਹਾ ਭੈਣੇ ਤੂੰ ਇੰਨਾ ਉਹਦਾ ਤੇਰੇ ਕੋਲੇ, ਅਤੇ ਤੇਰੇ 'ਚ ਇੰਨੀ ਨਿਮਰਤਾ। ਮੇਰੇ ਵਰਗਾ ਤੇ ਚਪੜਾਸੀ ਲੱਗ ਜੇ ਤੇ ਸਾਰੇ ਪਿੰਡ ਨੂੰ ਵਕਤ ਪਾ ਦਿੰਦਾ, ਤੇ ਤੂੰ ਐਡੀ ਡਿਗਰੀ ਲੈ ਕੇ ਤੇ ਉੱਥੇ ਭਾਂਡੇ ਮਾਂਜੇ ਤੂੰ, ਤੇ ਝਾੜੂ ਲਾਇਆ, ਪ੍ਰਸ਼ਾਦੇ ਆਟਾ ਗੁੰਨ ਕੇ ਚੌਰ ਕੀਤਾ, ਤੇ ਤੇਰੇ ਕੋਲ ਇੰਨੀ ਰਹਿਮਤ। ਨੇਤਰ ਭਰ ਗਏ। ਕਹਿੰਦੇ ਹੁਣ ਮੈਂ ਡਿਊਟੀ 'ਤੇ ਹਾਂ, ਫਿਰ ਮੈਂ ਸ਼ਾਮਾਂ ਨੂੰ ਤੁਹਾਨੂੰ ਸਾਰਾ ਦੱਸੂੰ ਵੀ ਕਿੱਦਾਂ ਮੇਰੀ ਜ਼ਿੰਦਗੀ ਇਸ ਪਾਸੇ ਆਈ। ਔਰ ਉਹਨੇ ਦੱਸਿਆ ਵੀ ਕਿਸੇ ਦੀ ਪਰਸਨਲ ਚੀਜ਼ ਹੁੰਦੀ ਮੈਂ ਸਾਂਝ ਨਹੀਂ ਪਾ ਸਕਦਾ। ਤੇ ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਨੇ ਫਿਰ ਆਪਣਾ ਐਡਰੈਸ ਸੰਗਰੂਰ ਤੋਂ ਸੀ। ਕਹਿਣ ਲੱਗੇ ਜਦੋਂ ਤੁਸੀਂ ਆਓ ਕਿਤੇ ਸੰਗਤ ਹੋਵੇ ਯਾਦ ਕਰਿਓ। ਹੋ ਸਕਦਾ ਐਤਕੀ ਵੀ ਜੇ ਡਿਊਟੀ ਲੱਗੀ ਤਾਂ ਫਿਰ ਆਪਾਂ ਜ਼ਰੂਰ ਮਿਲਾਂਗੇ। ਮੈਂ ਗੱਲ ਇਸ ਕਰਕੇ ਕਰਦਾ, ਕਿੰਨੇ ਨੇਕ, ਕਿੰਨੇ ਉਹ ਅਹੁਦਿਆਂ 'ਤੇ ਬੈਠੇ ਹੋਏ ਕਈ ਇਨਸਾਨ ਇੰਨੇ ਵਧੀਆ ਏ, ਤੇ ਕਈਆਂ ਨੇ ਤਾਂ ਜ਼ਿੰਦਗੀ ਲੰਘਾ ਲਈ, ਅਕਲ ਨਹੀਂ ਆਈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਮੇਰੇ ਹਜ਼ੂਰ ਨੂੰ ਜੋਗੀ ਕਹਿੰਦੇ, ਸਤਿਗੁਰੂ ਤੁਹਾਨੂੰ ਕਦੇ ਮਾਣ ਨਹੀਂ ਆਇਆ? ਤੁਹਾਨੂੰ ਇੰਨੀ ਦੁਨੀਆ ਪਿਆਰ ਕਰਦੀ, 4 ਲੋਕਾਂ 3 ਲੋਕਾਂ 'ਚ ਤੁਹਾਡਾ ਡੰਕਾ ਵੱਜਣ ਦਿਆ। ਦੇਵ ਲੋਕ, ਮਾਤ ਲੋਕ, ਸਵਰਗ ਲੋਕ ਤੁਹਾਨੂੰ ਸਿਜਦਾ ਪਏ ਕਰਦੇ ਆ, ਪਰ ਤੁਸੀਂ ਇੰਨੇ ਪਿਆਰ ਦੇ ਵਿੱਚ ਰਹਿੰਦੇ ਹੋ। ਸਾਡੇ ਵਰਗੇ ਸਿੱਧਾਂ ਦੇ ਕੋਲ ਆ ਕੇ ਸਤਿਗੁਰੂ ਤੁਸੀਂ ਕਿਰਪਾ ਕੀਤੀ ਹੈ। ਸੰਤ ਰੇਨ ਹੈ ਨਾਮ ਹਮਾਰਾ, ਸ਼੍ਰੀ ਗੁਰੂ ਬਚ ਸੋ ਤਰਿਓ ਸੁਦਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਨਾਂ ਤਾਂ ਪੁੱਛ ਲਿਆ ਨਾਥ ਜੀ, ਆਪਣਾ ਦੱਸਿਆ ਹੀ ਨਹੀਂ। ਆਖੋ ਸਤਿਨਾਮ। ਕਿੰਨਾ ਗੂੜਾ ਰਿਸ਼ਤਾ ਇੱਕ ਰੱਬ ਨਾਲ, ਇੱਕ ਜੋਗੀ ਪਿਆ ਗੱਲਾਂ ਕਰਦਾ। ਮਹਾਰਾਜ ਕਹਿੰਦੇ ਤੇਰਾ ਨਾਂ ਕੀ, ਪਹਿਲਾਂ ਤੂੰ ਦੱਸ। ਕਹਿੰਦੇ ਮਹਾਰਾਜ ਜੀ ਮੇਰਾ ਨਾਂ ਹੈ ਸੰਤ ਰੇਣ। ਇਹਨਾਂ ਦਾ ਮੁਖੀ ਸੀ ਜਿਹੜਾ, ਨਾਲ ਹੀ ਨੇਤਰ ਭਰ ਗਏ। ਸਤਿਗੁਰੂ ਅੱਗੇ ਤੇ ਨਾਂ ਹੀ ਰੇਣ ਸੀ, ਅੱਜ ਸੱਚੀ ਤੇਰੇ ਚਰਨਾਂ ਦੀ ਰੇਣ ਹੀ ਹੈ। ਬੜਾ ਭਿੱਜ ਗਿਆ ਜੋਗੀ। ਪ੍ਰਸੰਗ ਬਹੁਤ ਪਿਆਰਾ, ਘੜੀ ਜਵਾਬ ਦੇ ਗਈ ਹੈ। ਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸੰਤ ਰੇਣ ਜੀ ਤੁਸੀਂ ਸੱਚੀ ਪਿਆਰੇ ਹੋ, ਤੁਸੀਂ ਸੱਚੀ ਰੱਬ ਦੇ ਨੇੜੇ ਹੋ। ਤੁਹਾਡਾ ਨਾਂ ਹੀ ਨਹੀਂ ਕੱਲਾ ਰੇਣ, ਤੁਸੀਂ ਸੱਚੀ ਰੇਣ ਹੀ ਹੋ। ਦੋਨਾਂ ਦੇ ਬਚਨ ਹੁੰਦੇ ਹਨ। ਗਰੀਬੀ ਕੋ ਸਿਰ ਪਾਓ, ਸੁਜਸ ਜਾਤ ਬਵਤ ਪ੍ਰਭਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹ ਰੇਣ ਜੀ, ਲੋਕੀ ਤੇ ਕੱਪੜੇ ਦਾ ਸਰੋਪਾ ਲੈਂਦੇ ਐ, ਤੁਹਾਨੂੰ ਤਾਂ ਰੱਬ ਨੇ ਗਰੀਬੀ ਦਾ, ਪਿਆਰ ਦਾ ਸਰੋਪਾ ਦਿੱਤਾ। ਅਸਲੀ ਸਰੋਪਾ ਤੇ ਉਹ ਹੁੰਦਾ ਸਿਰ ਪਾਉ, ਪੈਰਾਂ ਤੋਂ ਸਿਰ ਤੱਕ ਜਿਹੜਾ ਢੱਕ ਲਏ ਬੰਦੇ ਨੂੰ, ਉਹਨੂੰ ਕਹਿੰਦੇ ਸਰੋਪਾ। ਉਹ ਸਿਰ ਪਾਉ, ਸਿਰ ਪਾਉ। ਆਪਾਂ ਸਿੱਧਾ ਕਹਿੰਦੇ ਸਰੋਪਾ, ਅਸਲ 'ਚ ਸਿਰ ਪਾਉ। ਤੇ ਜੇ ਬਿੰਦੀ ਲਾਓਗੇ ਸਿਰ ਪਾਓ, ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕੇ ਉਹਨੂੰ ਕਹਿੰਦੇ ਸਿਰ ਪਾਓ।
ਤੇ ਆਪਾਂ ਤੇ ਲਈਦਾ ਤੇ ਗੱਡੀ 'ਚ ਰੱਖ ਦੇਈਦਾ ਤੇ ਜਾਂ ਕਿਤੇ ਸ਼ੀਸ਼ਾ ਸਾਫ਼ ਕਰ ਲਈਦਾ। ਅਸਲ 'ਚ ਸਿਰ ਪਾਉਂ ਤੱਕ ਜਿਹੜਾ ਢੱਕੇ ਉਹ ਸਰੂਪਾ ਹੁੰਦਾ ਹੈ। ਤੇ ਉਹ ਸਰੂਪਾ ਕਿਹਨੂੰ ਮਿਲਦਾ? ਰੱਬ ਦੇ ਪਿਆਰਿਆਂ ਨੂੰ। ਕਿਉਂਕਿ ਜਦੋਂ ਜਾਨ ਨਿਕਲਦੀ ਹੈ ਤੇ ਸਿਰ ਤੋਂ ਪਾਉਂ ਤੱਕ ਕੌਣ ਢੱਕਦਾ? ਰੱਬ ਦੀ ਰਹਿਮਤ ਹੈ। ਤੇ ਉਸ ਜੋਗੀ ਨੇ ਆਖਿਆ, ਕਹਿੰਦੇ ਨਾਨਕ ਜੀ ਲੋਕੀ 4-4 ਸਰੂਪੇ ਪਾਈ ਫਿਰਦੇ ਹੈ, ਅਸੀਂ ਕੱਪੜੇ ਵੀ ਲਾਈ ਫਿਰਦੇ ਹਾਂ। ਕਿਉਂ? ਕਿਉਂਕਿ ਗੁਰੂ ਨਾਨਕ ਅਸੀਂ ਤੇਰੀ ਕਿਰਪਾ ਤੇ ਗਰੀਬੀ ਦਾ ਸਰੂਪਾ ਪਾਇਆ। ਇਹ ਬਚਨ ਬੜੇ ਡੂੰਘੇ ਕੀਤੇ ਜੋਗੀਆਂ ਨੇ, ਬਹੁਤੀ ਸੰਗਤ ਨੂੰ ਨਹੀਂ ਸਮਝ ਆਏ ਹੋਣੇ। ਜਿੱਥੋਂ ਤੱਕ ਮੇਰਾ ਗਿਆਜ ਹੈ ਤੋ ਗੁਰੂ ਪਾਤਸ਼ਾਹ ਮਾਰੇ ਕਿਰਪਾ ਕਰਨ। ਇਹ ਡੂੰਘੀ ਗੱਲ ਹੈ। ਕਈ ਵਾਰ ਆਪਾਂ ਸਾਖੀ ਸਮਝ ਲੈਂਦੇ, ਉੱਪਰਲੋਂ ਉੱਪਰਲੀਆਂ ਗੱਲਾਂ ਪਰ ਧਾਰਨ ਨਹੀਂ ਕਰਦੇ। ਇਸ ਕਰਕੇ ਉਹਨਾਂ ਸਿੱਧਾਂ ਨੇ ਕੱਲਾ ਕੱਲਾ ਜਵਾਬ ਦਿੱਤਾ, ਮਹਾਰਾਜ ਜੀ ਕੱਪੜੇ ਅਸੀਂ ਤਾਂ ਨਹੀਂ ਪਾਉਂਦੇ ਕਿਉਂਕਿ ਨੰਗੇ ਜੰਮੇ ਐ, ਨੰਗੇ ਹੀ ਜਾਣਾ ਸਵਾਹ ਤਾਂ ਮਿਲੀ ਹੈ ਵੀ ਕੋਈ ਐਵੇਂ ਆ ਕੇ ਸਤਾਊਗਾ, ਫਿਰ ਮਾੜੇ ਬੰਨੇ ਧਿਆਨ ਜਾਊਗਾ, ਲੋਕਾਂ ਤੋਂ ਗਾਲਾਂ ਲੈਂਦੇ ਫਿਰਾਂਗੇ। ਇਹ ਤੋਂ ਚੰਗਾ ਵੀ ਅੱਖਾਂ ਬੰਦ ਕਰ ਲੀਆਂ, ਨਹੀਂ ਵੇਖੀਦਾ ਕਿਸੇ ਨੂੰ, ਕਿਉਂਕਿ ਅੱਖਾਂ ਜਦੋਂ ਵੇਂਦੀਆਂ ਫਿਰ ਪਿੱਛੇ ਤੁਰਾਂਗੇ ਤੇ ਫਿਰ ਹਾਨੀ ਹੋਵੇਗੀ। ਇਸ ਕਰਕੇ ਮਹਾਰਾਜ ਜੱਬ ਨਿਬੇੜ ਛੱਡਿਆ, ਸਾਰੇ ਰਿਸ਼ਤੇ ਨਾਤੇ ਤੋੜ ਕੇ ਉਹਦੇ ਘਰ ਦੀ ਉਡੀਕ ਕੀਤੀ ਹੈ। ਆਸਰਾ ਜੀ ਸਾਨੂੰ ਤੇਰੇ ਚਰਨਾਂ ਦਾ, 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 ਤੇਰੇ ਚਰਨਾਂ ਦਾ ਪਿਆਰੇ, ਤੇਰੇ ਚਰਨਾਂ ਦਾ, ਤੇਰੇ ਚਰਨਾਂ ਦਾ ਪਿਆਰੇ, ਤੇਰੇ ਚਰਨਾਂ ਦਾ, ਆਸਰਾ ਜੀ ਸਾਨੂੰ ਤੇਰੇ ਚਰਨਾਂ ਦਾ, ਆਸਰਾ ਜੀ ਸਾਨੂੰ ਤੇਰੇ